ਪ੍ਰੋਫੈਸਰ ਪੂਰਨ ਸਿੰਘ ਦੀ ਪੁਸਤਕ ਨੌ ਲੱਖਾ ਹਾਰ ਤੇ ਹੋਰ ਕਹਾਣੀਆਂ ਦੀ ਕਹਾਣੀ ਹੈ ਮੋਤੀਏ ਦਾ ਹਾਰ। ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਹੋ ਕੇ ਹਟੀ ਸੀ। ਸਰਕਾਰੀ ਕਾਲਜ ਲਾਹੌਰ ਵਿੱਚੋਂ ਪਗੜੀਆਂ ਵਾਲਿਆਂ ਤੇ ਗਾਊਨਾਂ ਵਾਲਿਆਂ ਦਾ ਜਿਵੇਂ ਦਰਿਆ ਵਗ ਤੁਰਿਆ ਹੋਵੇ। ਉਹਨਾਂ ਚਾਂਸਲਰ ਦਾ ਸੱਭਿਆਚਾਰ ਬਾਰੇ ਵਿਦਵਤਾਪੂਰਨ ਭਾਸ਼ਣ ਸੁਣਿਆ ਸੀ, ਜਿਸ 'ਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਮਨੁੱਖ ਦਾ ਸਹੀ ਅਧਿਐਨ ਕਰਨਾ ਹੈ ਤਾਂ ਮਨੁੱਖ ਨੂੰ ਹੀ ਵਿਸ਼ਾ ਬਣਾਓ। ਉਸ ਸਾਲ ਕੁੱਲ 200 ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੀਤੀ ਸੀ। ਉਹ ਟੋਲੀਆਂ ਬਣਾ ਕੇ ਕਾਲਜ ਦੀ ਇਮਾਰਤ ਦੇ ਆਸੇ-ਪਾਸੇ ਖੜੇ ਸਨ। ਉਹਨਾਂ ਦੇ ਹੱਥਾਂ 'ਚ ਰੋਲ ਕੀਤੀਆਂ ਹੋਈਆਂ ਡਿਗਰੀਆਂ ਸਨ। ਉਹ ਖੁਸ਼ ਸਨ ਕਿ ਉਹਨਾਂ ਆਪਣੀ ਵਿੱਦਿਆ ਪੂਰੀ ਕਰ ਲਈ ਸੀ। ਉਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਸਨ ਜਿਵੇਂ ਆਪਣੇ ਚੁਫੇਰੇ ਫੈਲੇ ਘੋਰ ਅਗਿਆਨਤਾ ਦੇ ਕਾਲੇ ਸਮੁੰਦਰ ਦੀਆਂ ਲਹਿਰਾਂ ਤੇ ਚਿੱਟੀ ਝੱਗ ਦੀ ਕਲਗੀ ਹੋਣ। ਉਹਨਾਂ ਵਿੱਚੋਂ ਸਿਰਫ ਇੱਕ ਜਣਾ ਬੜਾ ਗੰਭੀਰ ਜਿਹਾ ਲੱਗਦਾ ਸੀ। ਉਹਦਾ ਸਰੀਰ ਇਕਹਿਰਾ ਤੇ ਕੱਦ ਦਰਮਿਆਨਾ ਸੀ। ਉਹਦੀ ਗਰਦਨ ਲੰਮੀ ਸੀ। ਉਹ ਸੁਨੱਖਾ ਜਿਹਾ ਨੌਜਵਾਨ ਇਸ ਤਰ੍ਹਾਂ ਕਾਹਲੀ ਜਾ ਰਿਹਾ ਸੀ ਜਿਵੇਂ ਉਸ ਕੋਲ ਆਪਣੇ ਸਾਥੀਆਂ ਦੀ ਗੱਪ-ਸ਼ੱਪ ਲਈ ਕੋਈ ਸਮਾਂ ਹੀ ਨਾ ਹੋਵੇ। ਜਦੋਂ ਕਾਲਜ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਜਾ ਰਿਹਾ ਸੀ ਤਾਂ ਇੱਕ ਅੰਡਰ ਗ੍ਰੈਜੂਏਟ ਪੱਧਰ ਦਾ ਕਾਲਜ ਵਿਦਿਆਰਥੀ ਨਾਲ ਆ ਮਿਲਿਆ। ਉਸ ਡਿਗਰੀ ਦਿਖਾਉਣ ਲਈ ਕਿਹਾ। ਉਹ ਰੁਕਿਆ ਤੇ ਰੋਲ ਕੀਤੀ ਡਿਗਰੀ ਖੋਲ ਕੇ ਦਿਖਾਈ। ਡਿਗਰੀ ਦੇ ਇੱਕ ਪਾਸੇ ਯੂਨੀਵਰਸਿਟੀ ਦੀ ਮੋਹਰ ਤੇ ਇੱਕ ਹੀਰੇ ਦੀ ਤਰ੍ਹਾਂ ਲਟਕਦੀ ਜਾਪਦੀ ਸੀ ਮਾਣਿਕ ਲਾਲ ਬੜੇ ਸਾਫ਼ ਅੱਖਰਾਂ 'ਚ ਸਿਆਹੀ ਨਾਲ ਲਿਖਿਆ ਸੀ। ਬਾਕੀ ਦਾ ਸਭ ਕੁਝ ਛਪਿਆ ਹੋਇਆ ਸੀ। ਪਹਿਲਾ ਦਰਜਾ ਵੀ ਲਿਖਿਆ ਹੋਇਆ ਸੀ। ਮਾਣਿਕ ਲਾਲ ਨੂੰ BA ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਇਸ ਪ੍ਰਭਾਵਸ਼ਾਲੀ ਦਸਤਾਵੇਜ਼ ਨੂੰ ਚਾਂਸਲਰ ਦੇ ਹਸਤਾਖਰਾਂ ਨੇ ਪਰਿਪੂਰਨ ਕਰ ਦਿੱਤਾ ਸੀ। ਮਾਣਿਕ ਲਾਲ ਆਪਣੀ 15 ਸਾਲਾਂ ਦੀ ਕਮਾਈ ਦੇ ਫਲ ਬਾਰੇ ਸੋਚ ਰਿਹਾ ਸੀ, ਜਿਸ ਨੇ ਉਸ ਨੂੰ ਆਪਣੇ ਅਨਪੜ੍ਹ ਦੇਸ਼ ਵਾਸੀਆਂ ਨਾਲੋਂ ਅਨੋਖਾ ਕਰ ਦਿੱਤਾ ਸੀ। ਉਹ ਲੋਕ ਜੋ ਦੇਸ਼ ਲਈ ਸੱਚੀ ਦੌਲਤ ਪੈਦਾ ਕਰਦੇ ਹਨ, ਪਰ ਜਿਨ੍ਹਾਂ ਨੂੰ ਘੋੜਿਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਉਹ ਘੋੜੇ ਜੋ ਕੱਚੇ ਛੋਲਿਆਂ ਤੇ ਤੂੜੀ ਨਾਲ ਸਬਰ ਕਰਕੇ ਸਾਰਾ ਜੀਵਨ ਦੂਸਰਿਆਂ ਦਾ ਭਾਰ ਢੋਂਦੇ ਹਨ। ਮਾਣਿਕ ਲਾਲ ਸੋਚ ਰਿਹਾ ਸੀ ਕਿ ਕਥਿਤ ਪੜ੍ਹੇ ਲਿਖੇ ਲੋਕ ਕਿਸਾਨਾਂ ਤੇ ਵਿਹਾਰੀ ਵਪਾਰੀਆਂ ਨਾਲੋਂ ਵੱਧ ਸੋਚਦੇ ਹਨ ਤੇ ਵੱਧ ਬੋਲਦੇ ਹਨ, ਪਰ ਅਸਲ ਵਿੱਚ ਕਿਸਾਨ ਤੇ ਵਪਾਰੀ ਪੜ੍ਹਿਆਂ ਲਿਖਿਆਂ ਨਾਲੋਂ ਹਰ ਪੱਖੋਂ ਵਧੀਆ ਇਨਸਾਨ ਹੁੰਦੇ ਹਨ। ਲੋੜ ਪੈਣ ਤੇ ਉਹਨਾਂ ਨੇ ਆਪਣੇ ਬੇਟਿਆਂ ਨੂੰ ਦੇਸ਼ ਦੇ ਸਿਪਾਹੀ ਬਣਾਇਆ ਹੈ ਤੇ ਅਜੇ ਵੀ ਬਣਾ ਰਹੇ ਹਨ। ਦੂਸਰੇ ਪਾਸੇ ਇਹ ਪੜ੍ਹੇ ਲਿਖੇ ਲੋਕ ਆਪਣੇ ਬੱਚਿਆਂ ਨੂੰ ਸਾਰੀ ਉਮਰ ਲਪੇਟ ਰੱਖਦੇ ਹਨ, ਜਿਵੇਂ ਕਿਤੇ ਉਹ ਆਕਾਸ਼ੋਂ ਉਤਰੇ ਹੋਣ ਤੇ ਉਹਨਾਂ 'ਚ ਕੋਈ ਵਿਸ਼ੇਸ਼ ਗੁਣ ਹੋਣ। ਮਾਣਿਕ ਲਾਲ ਆਪਣੀ 15 ਸਾਲਾਂ ਦੀ ਮਿਹਨਤ ਦੇ ਨਤੀਜੇ ਨਾਲ ਬਹੁਤਾ ਖੁਸ਼ ਨਹੀਂ ਸੀ। ਉਹ ਸੋਚਦਾ, ਆਖਰ ਉਸ ਕੀ ਖੱਟਿਆ ਹੈ? ਉਹ ਇੱਕ ਕਿਸਾਨ ਦਾ ਜੀਵਨ ਜਿਉਣ ਤੋਂ ਨਿਕੰਮਾ ਹੋ ਗਿਆ, ਜੋ ਉਹਨੂੰ ਬਹੁਤ ਹੀ ਪਿਆਰਾ ਸੀ। ਹੁਣ ਉਹ ਕਿਸਾਨ ਨਹੀਂ ਸੀ ਬਣ ਸਕਦਾ। ਹੁਣ ਉਹ ਮੇਜ਼ ਤੇ ਬੈਠ ਕੇ ਉਸ ਜੀਵਨ ਦੀ ਖੁਸ਼ੀ ਦੀ ਵਡਿਆਈ ਦੀਆਂ ਗੱਲਾਂ ਹੀ ਕਰ ਸਕਦਾ ਸੀ। ਉਹ ਮਹਿਸੂਸ ਕਰਦਾ ਸੀ ਕਿ ਉਹ ਆਪਣੀ ਮਾਂ ਬੋਲੀ ਦੇ ਖਜ਼ਾਨੇ ਨੂੰ ਸਮਝਣ ਦੇ ਵੀ ਕਾਬਲ ਨਹੀਂ ਸੀ ਰਿਹਾ। ਆਪਣੇ ਪਿਤਾ ਪੁਰਖਿਆਂ ਦੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਬਿਨਾਂ ਉਹਦੇ ਧਾਰਮਿਕ ਤੇ ਆਤਮਿਕ ਆਸ਼ਿਆਂ ਦਾ ਵੀ ਉਹੀ ਹਾਲ ਸੀ। ਕੈਲਾਸ਼ ਰਾਮ ਦੇ ਇਕਲੌਤੇ ਬੇਟੇ ਨੇ ਉਸ ਸਮੇਂ 15 ਸਾਲ ਬਾਅਦ BA ਕੀਤੀ ਸੀ। ਇਹ ਸਭ ਕੁਝ ਲਾਹੌਰੀ ਗੇਟ ਦੇ ਅੰਦਰਲੇ ਪਾਸੇ ਸਥਿਤ ਛੋਟੀ ਜਿਹੀ ਦੁਕਾਨ ਦੀ ਕਮਾਈ ਤੋਂ ਹੀ ਸੰਭਵ ਹੋਇਆ ਸੀ। ਦੁਕਾਨ ਦੇ ਅੱਗੇ ਪਿੱਛੇ 2 ਕਮਰੇ ਸਨ। ਪਿਛਲਾ ਕਮਰਾ ਸਟੋਰ ਸੀ ਤੇ ਅਗਲੇ 'ਚ ਕੈਲਾਸ਼ ਰਾਮ ਆਪ ਬੈਠਦਾ। ਆਟਾ, ਦਾਲਾਂ, ਛੋਲੇ, ਹੋਰ ਅਨਾਜ ਤੇ ਇਸ ਤਰ੍ਹਾਂ ਦਾ ਨਿੱਕ ਸੁੱਕ ਉਸ ਛੋਟੇ ਪੀਪਿਆਂ ਵਿੱਚ ਪਾ ਕੇ ਰੱਖੇ ਹੁੰਦੇ। ਸਵੇਰ ਤੋਂ ਲੈ ਕੇ ਢੇਰ ਰਾਤ ਤੱਕ ਉਹ ਤੋਲਦਾ, ਵੇਚਦਾ ਤੇ ਗਿਣਤੀ ਮਿਣਤੀ ਕਰਦਾ ਰਹਿੰਦਾ। ਹਨੇਰੇ ਪਏ ਸ਼ਟਰ ਸੁੱਟ ਕੇ ਉਹ ਘਰ ਜਾਂਦਾ ਤਾਂ ਉਹਦੇ ਹੱਥ ਪੈਰ ਆਟੇ ਤੇ ਹਲਦੀ ਨਾਲ ਰੰਗ ਬਰੰਗੇ ਹੋਏ ਹੁੰਦੇ। ਉਹਦੇ ਭਰਵੱਟੇ ਤੇ ਚਿਮਣੀਆਂ ਸਾਰੇ ਦਿਨ ਦੀ ਮਿਹਨਤ ਦੀ ਧੂੜ ਨਾਲ ਅੱਟੇ ਪਏ ਹੁੰਦੇ। ਉਦੋਂ ਉਹਦੀ ਪਤਨੀ ਤੇ ਬੇਟਾ ਘੂਕ ਸੁੱਤੇ ਹੁੰਦੇ। ਦਰਵਾਜ਼ੇ ਤੇ ਦਸਤਕ ਦੇਣ ਤੇ ਉਹਦੀ ਪਤਨੀ ਜਾਗ ਪੈਂਦੀ। ਉੱਠ ਕੇ ਅੱਧੀ ਰਾਤ ਗਈ ਖਾਣਾ ਖਵਾਉਂਦੀ। ਨਹਾਉਣ ਨੂੰ ਕੋਈ ਸਮਾਂ ਨਹੀਂ ਸੀ ਹੁੰਦਾ। ਉਹ ਹੱਥ ਪੈਰ ਧੋਂਦਾ ਤੇ ਬਿਸਤਰੇ 'ਚ ਜਾ ਵੜਦਾ। ਪਰ ਉਹ ਆਪਣੀ ਪਤਨੀ ਲਈ ਸਦਾ ਹੀ ਥੋੜ੍ਹੀ ਜਿਹੀ ਮਠਿਆਈ ਜਾਂ ਪੇਸਟਰੀ ਲੈ ਕੇ ਆਉਂਦਾ। ਉਹ ਮਿੱਟੀ ਦੇ ਦੀਵੇ ਦੀ ਰੌਸ਼ਨੀ 'ਚ ਦੋਵੇਂ ਜਣੇ ਰਲ ਕੇ ਖਾਂਦੇ। ਦੀਵੇ 'ਚ ਸਰੋਂ ਦਾ ਤੇਲ ਤੇ ਕਪਾਹ ਦੇ ਰੂੰ ਦੀ ਬੱਤੀ ਹੁੰਦੀ ਸੀ। ਉਦੋਂ ਲਾਹੌਰ ਦੇ ਕੁਝ ਹਿੱਸਿਆਂ 'ਚ ਬਿਜਲੀ ਆਦਿ ਦੀ ਅਯਾਸ਼ੀ ਨਹੀਂ ਸੀ ਹੁੰਦੀ।
ਸੌਣ ਵਾਲੇ ਕਮਰਿਆਂ 'ਚ ਮਿੱਟੀ ਦੇ ਤੇਲ ਦੇ ਦੀਵੇ ਚੰਗੇ ਨਹੀਂ ਸਨ ਸਮਝੇ ਜਾਂਦੇ। ਉਹਦੀ ਪਤਨੀ ਗਲੀ ਮੁਹੱਲੇ 'ਚ ਵਾਪਰੀ ਘਟਨਾ ਦੀ ਖਬਰ ਸੁਣਾਉਂਦੀ। ਉਹਨਾਂ ਦਾ ਪਿਤਾ ਪੁਰਖੀ ਇੱਕ ਕੱਚਾ ਜਿਹਾ ਧੁਆਂਖਿਆ ਹੋਇਆ ਤੇ ਹੁਮ ਜਿਹਾ ਘਰ ਸੀ। ਉਹ ਆਪਣੇ ਪਿਆਰ, ਕੋਮਲਤਾ ਤੇ ਇਸ ਤਰ੍ਹਾਂ ਦੀਆਂ ਕਈ ਮਿੱਠੀਆਂ ਗੱਲਾਂ ਨਾਲ ਉਹਦੀ ਥਕਾਵਟ ਦੂਰ ਕਰ ਦਿੰਦੀ। ਉਹ ਆਪਣੇ ਆਪ ਨੂੰ ਕਿਸੇ ਗੱਲ ਦੇ ਵੀ ਯੋਗ ਨਹੀਂ ਸੀ ਸਮਝਦਾ। ਉਹ ਸੋਚਦਾ ਕਿ ਹਿੰਦੂ ਲਈ ਵਿੱਦਿਆ ਦਾ ਅਰਥ ਬਾਹਰ ਤਾਂ ਅੰਗਰੇਜ਼ੀ ਪ੍ਰਤੀ ਸਨੇਹ ਪ੍ਰਗਟਾਉਣਾ ਤੇ ਘਰ 'ਚ ਸੰਸਕ੍ਰਿਤ ਤੇ ਹਿੰਦੀ ਦੀ ਵਰਤੋਂ ਕਰਨਾ ਸੀ। ਉਸ ਲਈ ਇਹ ਹੀ ਕੌਮ ਪ੍ਰਸਤੀ ਸੀ। ਇੱਕ ਮੁਸਲਮਾਨ ਲਈ ਇਹਦਾ ਅਰਥ ਅਰਬ ਨੂੰ ਆਪਣੀ ਮਾਤ ਭੂਮੀ ਸਮਝਣਾ, ਅਰਬੀ ਤੇ ਫਾਰਸੀ ਨੂੰ ਪਿਆਰਨਾ ਤੇ ਇਸਲਾਮੀ ਸਾਮਰਾਜ ਦਾ ਸੁਪਨਾ ਲੈਣਾ ਸੀ। ਆਪਣੇ ਆਪ ਨੂੰ ਚੰਗਾ ਪੜ੍ਹੇ ਲਿਖੇ ਸਮਝਣ ਵਾਲੇ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਆਪਣੀ ਮਾਂ ਬੋਲੀ ਦੀ ਥਾਂ ਹਿੰਦੀ ਤੇ ਉਰਦੂ ਬੋਲਣ ਲਈ ਮਜਬੂਰ ਕਰਨਾ ਆਪਣਾ ਫਰਜ਼ ਸਮਝਦੇ ਸਨ। ਜਦਕਿ ਪੰਜਾਬ ਵਿੱਚ ਇਹ ਦੋਵੇਂ ਬੋਲੀਆਂ ਉਹਨਾਂ ਲਈ ਯੂਨਾਨੀ ਦੀ ਤਰ੍ਹਾਂ ਸਨ। ਇਹ ਸੀ ਪੜ੍ਹਿਆ ਹੋਇਆ ਤਬਕਾ। ਮੁਸਲਮਾਨ ਤੇ ਹਿੰਦੂ ਦੋਵੇਂ ਪੜ੍ਹੇ ਲਿਖੇ ਹੋ ਕੇ ਤੇ ਸੱਭਿਅ ਹੋ ਕੇ ਆਪਣੇ ਸਮਾਜਿਕ ਮੇਲ ਮਿਲਾਪ ਦੀ ਪੁਰਾਣੀ ਖੁਸ਼ਬੂ ਗਵਾ ਬੈਠੇ ਸਨ। ਮਜ਼ਹਬ ਉਹਨਾਂ ਲਈ ਇੱਕ ਸਰਾਪ ਬਣ ਕੇ ਰਹਿ ਗਿਆ ਸੀ। ਮਾਣਿਕ ਲਾਲ ਸੋਚਦਾ ਕਿ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਵਿੱਦਿਆ ਦੇ ਅਜਿਹੇ ਸ਼ਰਮਨਾਕ ਨਤੀਜੇ ਸਹਿਨ ਨਹੀਂ ਕੀਤੇ ਗਏ ਹੋਣਗੇ। ਮਾਣਿਕ ਲਾਲ ਦੇ ਪਿਤਾ ਲਾਲਾ ਕੈਲਾਸ਼ ਰਾਮ ਇੱਕ ਮਾਮੂਲੀ ਜਿਹੇ ਵਪਾਰੀ ਸਨ। ਉਹਨਾਂ ਆਪਣੇ ਬੇਟੇ ਦੀ ਪੜ੍ਹਾਈ ਦਾ ਖਰਚ ਤੋਰਨ ਲਈ ਹੱਡ ਭੰਨਵੀਂ ਕਮਾਈ ਕੀਤੀ। ਉਹਨੂੰ ਕੋਈ ਗਿਆਨ ਨਹੀਂ ਸੀ ਕਿ ਲੜਕੇ ਸਕੂਲ ਕਿਉਂ ਜਾਂਦੇ ਸਨ। ਉਹਨੂੰ ਤਾਂ ਸਿਰਫ ਇਹ ਪਤਾ ਸੀ ਕਿ ਵਿੱਦਿਆ ਕੋਈ ਚੰਗੀ ਸਰਕਾਰੀ ਨੌਕਰੀ ਲੈਣ ਲਈ ਸਾਧਨ ਸੀ। ਇਸ ਲਈ ਆਦਮੀ ਦਾ ਜੀਵਨ ਸੌਖਾ ਲੰਘ ਜਾਂਦਾ ਹੈ। ਇਸ ਤੋਂ ਬਾਅਦ ਰੋਜ਼ੀ ਕਮਾਉਣ ਲਈ ਧੰਦ ਨਹੀਂ ਸੀ ਪਿੱਟਣਾ ਪੈਂਦਾ। ਇਸ ਤੋਂ ਇਲਾਵਾ ਪੜ੍ਹਿਆਂ ਲਿਖਿਆਂ ਦਾ ਅੰਗਰੇਜ਼ ਤੇ ਆਮ ਅਧਿਕਾਰੀ ਵੀ ਬਾਣ ਕਰਦੇ ਸਨ। ਇਹਨਾਂ ਊਟ-ਪਟਾਂਗ ਸੋਚਾਂ 'ਚ ਉਲਝੇ ਹੋਏ ਕੈਲਾਸ਼ ਰਾਮ ਨੂੰ ਨੀਂਦ ਆ ਗਈ। ਦਿਨ ਭਰ ਦੀ ਹੱਡ ਭੰਨਵੀਂ ਕਮਾਈ ਮਗਰੋਂ ਕੁਝ ਘੰਟਿਆਂ ਲਈ ਉਹ ਇੰਨਾ ਘੂਕ ਸੌਂਦਾ ਜਿਵੇਂ ਕੋਈ ਮੁਰਦਾ ਹੋਵੇ। ਕੈਲਾਸ਼ ਰਾਮ ਸਵੇਰੇ ਪਹੁ ਫਟਾਲੇ ਤੋਂ ਪਹਿਲਾਂ ਹੀ ਸਾਰਿਆਂ ਤੋਂ ਪਹਿਲਾਂ ਉੱਠਦਾ। ਉਹਨਾਂ ਦੇ ਘਰ ਕੋਈ ਨੌਕਰ ਨਹੀਂ ਸੀ। ਉਹ ਰੱਖਣ ਜੋਗੇ ਨਹੀਂ ਸਨ। ਉਹ ਖੂਹ ਤੇ ਜਾਂਦਾ, ਸਾਰੇ ਦਿਨ ਦੀ ਵਰਤੋਂ ਲਈ ਘੜੇ ਤੇ ਬੱਠਲ ਭਰਦਾ, ਆਪਣੀ ਬੀਵੀ ਤੇ ਬੇਟੇ ਦੇ ਨਹਾਉਣ ਲਈ ਵੀ ਪਾਣੀ ਦਾ ਪ੍ਰਬੰਧ ਕਰਦਾ। ਉਹ ਸਭ ਤੋਂ ਪਹਿਲਾਂ ਨਹਾਉਂਦਾ। ਇੰਨੇ ਨੂੰ ਉਹਦੀ ਪਤਨੀ ਸਾਰਾ ਝਾੜ ਪੂੰਝ ਕੇ ਨਹਾਉਣ ਜਾਂਦੀ। ਹੁਣ ਉਹ ਆਪਣੇ ਲਈ ਦੁੱਧ ਲੈਣ ਲਈ ਜਾਂਦਾ। ਉਹਦੇ ਆਉਣ ਤੱਕ ਲੜਕਾ ਲੀੜਾ ਲੱਤਾ ਪਾ ਕੇ ਸਕੂਲ ਜਾਂ ਕਾਲਜ ਜਾਣ ਲਈ ਤਿਆਰ ਹੁੰਦਾ। ਉਹ ਦੁੱਧ ਪੀਂਦਾ ਤੇ ਆਪਣੇ ਪਿਤਾ ਜੀ ਦੀ ਰਾਤ ਦੀ ਲਿਆਂਦੀ ਹੋਈ ਕੋਈ ਸਵਾਦੀ ਚੀਜ਼ ਖਾਂਦਾ। ਕੈਲਾਸ਼ ਰਾਮ ਉਸ ਸਮੇਂ ਤੋਂ ਹੀ ਇਸ ਤਰ੍ਹਾਂ ਕਰਦਾ ਆ ਰਿਹਾ ਸੀ ਜਦੋਂ ਤੋਂ ਉਹਦਾ ਬੇਟਾ ਸਕੂਲ ਜਾਣ ਲੱਗਾ ਸੀ। ਸਗੋਂ ਉਸ ਤੋਂ ਵੀ ਪਹਿਲਾਂ ਤੋਂ। ਹੁਣ ਤਾਂ ਲਗਭਗ 30 ਸਾਲ ਹੋ ਚੁੱਕੇ ਸਨ। ਜਿਹੜਾ ਦੁੱਧ ਦਾ ਘੁੱਟ ਉਹ ਲੜਕੇ ਨੂੰ ਦਿੰਦਾ ਸੀ, ਉਹਦੀ ਬੀਵੀ ਦਾ ਹਿੱਸਾ ਹੀ ਸੀ। ਮਾਂ ਦੀ ਥਾਂ ਦੁੱਧ ਸਕੂਲ ਜਾਂਦੇ ਬੱਚੇ ਨੂੰ ਮਿਲਣ ਲੱਗ ਪਿਆ ਸੀ। ਅਸਲ 'ਚ ਕੈਲਾਸ਼ ਰਾਮ ਆਪਣੇ ਯਤਨਾਂ ਦੇ ਬਾਵਜੂਦ ਆਪਣੇ ਕਾਰੋਬਾਰ ਵਿੱਚੋਂ ਕੋਈ ਖਾਸ ਕਮਾਈ ਨਹੀਂ ਸੀ ਕਰ ਸਕਿਆ। ਉਹਨੂੰ ਸਰਮਾਏ ਦੀ ਥੁੜ ਸੀ। ਇਸ ਤਰ੍ਹਾਂ ਉਹਨੂੰ ਕਮਾਈ ਕਰਨ ਦਾ ਕੋਈ ਮੌਕਾ ਹੀ ਨਾ ਮਿਲਿਆ। ਉਹ ਹਰ ਰੋਜ਼ ਸਵੇਰੇ ਹੀ ਦੁਕਾਨ ਖੋਲ੍ਹਦਾ, ਆਪਣੇ ਖਾਤੇ ਨੂੰ ਟਕਾ ਛੁਆ ਕੇ ਪੂਜਾ ਕਰਦਾ। ਜੋ ਵੀ ਮੰਗਤਾ ਉਹਦੀ ਦੁਕਾਨ ਤੇ ਆਉਂਦਾ ਉਹਨੂੰ ਆਟੇ ਦੀ ਮੁੱਠੀ ਪਾਉਂਦਾ। ਉਹਨੇ ਵੇਦਾਂਤ ਤੋਂ ਸਿੱਖਿਆ ਸੀ ਕਿ ਹਰ ਕੋਈ ਰੱਬ ਦਾ ਰੂਪ ਹੀ ਹੈ। ਕੈਲਾਸ਼ ਰਾਮ ਨੂੰ ਡਰ ਰਹਿੰਦਾ ਕਿ ਕਿਸੇ ਨੂੰ ਖਾਲੀ ਮੋੜ ਕੇ ਕਿਤੇ ਉਹ ਰੱਬ ਨੂੰ ਹੀ ਖਾਲੀ ਨਾ ਮੋੜ ਦੇਵੇ। ਜੋ ਚਿੜੀਆਂ ਉਹਦੀ ਦੁਕਾਨ ਤੇ ਆਉਂਦੀਆਂ ਉਹਨਾਂ ਲਈ ਉਹਦੇ ਹਿਰਦੇ 'ਚ ਦਇਆ ਦੀ ਭਾਵਨਾ ਸੀ। ਉਹ ਖੜਕਾ ਨਾ ਕਰਦਾ ਤੇ ਨਾ ਹੀ ਉਹਨਾਂ ਨੂੰ ਡਰਾਉਣ ਲਈ ਦਬਕੇ ਮਾਰਦਾ। ਉਹ ਦਾਣਿਆਂ ਦੇ ਪੀਪਿਆਂ ਤੇ ਆ ਬੈਠਦੀਆਂ, ਟੋਕਰੀਆਂ 'ਚ ਬੈਠਦੀਆਂ ਤੇ ਥੋੜ੍ਹਾ ਬਹੁਤਾ ਆਪਣੀਆਂ ਚੁੰਝਾਂ 'ਚ ਲੈ ਕੇ ਉੱਡ ਜਾਂਦੀਆਂ। ਕਈ ਵਾਰੀ ਇੰਨੀਆਂ ਚਿੜੀਆਂ ਆ ਜਾਂਦੀਆਂ ਕਿ ਉਹਦੇ ਮੋਢਿਆਂ ਤੇ ਬੈਠ ਜਾਂਦੀਆਂ। ਕੈਲਾਸ਼ ਰਾਮ ਉਹਨਾਂ ਨੂੰ ਇੱਧਰ ਉੱਧਰ ਖੇਡਦੀਆਂ, ਖੰਭਾਂ ਨੂੰ ਫੜਫੜਾਉਂਦੀਆਂ ਦੇਖ ਖੁਸ਼ ਹੁੰਦਾ। ਇਸ ਤੋਂ ਇਲਾਵਾ ਉਹਨੂੰ ਹੋਰ ਕੋਈ ਕੰਮ ਨਹੀਂ ਸੀ। ਆਪਣੇ ਕੰਮਕਾਰ ਨੂੰ ਦੇਖਣ ਤੇ ਆਪਣੇ ਬੇਟੇ ਨੂੰ ਪੜ੍ਹਾਉਣ ਤੋਂ ਬਿਨਾਂ ਕੁਝ ਹੋਰ ਸੋਚਣ ਲਈ ਉਸ ਕੋਲ ਸਮਾਂ ਹੀ ਨਹੀਂ ਸੀ। ਮਾਣਿਕ ਲਾਲ ਦੀ ਮਾਂ ਆਪਣੇ ਛੋਟੇ ਜਿਹੇ ਟੱਬਰ ਲਈ ਰੋਟੀ ਪਾਣੀ ਪਕਾਉਂਦੀ, ਕੱਪੜੇ ਸਿਉਂਦੀ, ਭਾਂਡਾ ਟੀਂਡਾ ਮਾਂਜਦੀ ਤੇ ਘਰ ਸੰਭਾਲਦੀ। ਜੋ ਥੋੜ੍ਹੀ ਬਹੁਤ ਰਕਮ ਉਹਨੂੰ ਆਪਣੇ ਪਤੀ ਤੋਂ ਮਿਲਦੀ, ਉਸੇ ਨਾਲ ਹੀ ਉਹ ਆਪਣੇ ਘਰ ਨੂੰ ਮਹਿਕਾਈ ਰੱਖਦੀ ਤੇ ਮਹਿਮਾਨ ਆਏ ਰਿਸ਼ਤੇਦਾਰਾਂ ਦੀ ਵੀ ਚੰਗੀ ਆਓ ਭਗਤ ਕਰਦੀ। ਉਹਦੇ ਮਿੱਠੇ ਬੋਲ, ਹਸੂ ਕਰਦਾ ਚਿਹਰਾ ਤੇ ਹਾਰਦਿਕ ਸਵਾਗਤ ਆਓ ਭਗਤ ਵਿੱਚ ਰਹਿੰਦੀ ਖੂੰਦੀ ਕਮੀ ਪੂਰੀ ਕਰ ਦਿੰਦੇ। ਉਹਦੇ ਪਤੀ ਦਾ ਸੁਭਾਅ ਕੁਝ ਰੁੱਖਾ ਸੀ। ਉਹਦੀ ਇਸ ਬੇਰੁਖੀ ਕਾਰਨ ਮਹਿਮਾਨ ਆਉਣ ਤੋਂ ਕਤਰਾਉਂਦੇ, ਪਰ ਜਿਹੜੇ ਉਹਦਾ ਭੇਦ ਪਾ ਜਾਂਦੇ ਉਹ ਕਿਤੇ ਨਾ ਜਾਂਦੇ।
ਪਰ ਆਪਣੀ ਪਤਨੀ ਨਾਲ ਉਹਦੀ ਬਹੁਤ ਹੀ ਬਣਦੀ ਸੀ। ਗੁਆਂਢੀਆਂ ਨੇ ਉਹਨੂੰ ਆਪਣੀ ਪਤਨੀ ਲਈ ਕਦੇ ਵੀ ਕੋਈ ਕੌੜਾ ਸ਼ਬਦ ਵਰਤਦਿਆਂ ਨਹੀਂ ਸੀ ਸੁਣਿਆ। ਸਾਰੇ ਜੀਵਨ 'ਚ ਇੱਕ ਵਾਰੀ ਵੀ ਨਹੀਂ। ਭਾਰਤੀ ਪ੍ਰਸਥਿਤੀਆਂ ਵਿੱਚ ਜਿੱਥੇ ਔਰਤ ਤੋਂ ਤਰ੍ਹਾਂ ਤਰ੍ਹਾਂ ਦਾ ਗਲਮ ਕਰਵਾਇਆ ਜਾਂਦਾ ਹੈ ਤੇ ਇੱਕ ਬੇਜਾਨ ਚੀਜ਼ ਦੀ ਤਰ੍ਹਾਂ ਸਮਝਿਆ ਜਾਂਦਾ ਹੈ, ਇਹ ਇੱਕ ਵਿਲੱਖਣ ਜਿਹੀ ਗੱਲ ਸੀ। ਉਹ ਸਦਾ ਹੀ ਉਹਨੂੰ ਸਤਿਕਾਰ ਨਾਲ ਬੁਲਾਉਂਦਾ। ਉਹਨਾਂ ਦੋਹਾਂ ਵਿੱਚ ਇੱਕ ਡੂੰਘੀ ਤੇ ਪਰਸਪਰ ਪਹਿਚਾਨ ਸੀ। ਗਰੀਬੀ ਦੀਆਂ ਤੰਗੀਆਂ ਤੁਰਸ਼ੀਆਂ ਹੁੰਦਿਆਂ ਹੋਇਆਂ ਵੀ ਉਹਦੀ ਪਤਨੀ ਉਸ ਨਾਲ ਖੁਸ਼ ਸੀ ਤੇ ਉਹਦੀ ਉਪਾਸਨਾ ਕਰਦੀ ਸੀ। ਉਹਨੂੰ ਕਿਸੇ 7 ਬਾਦਸ਼ਾਹੀਆਂ ਦੇ ਸ਼ਹਿਨਸ਼ਾਹ ਨਾਲ ਵੀ ਵਟਾਉਣ ਲਈ ਤਿਆਰ ਨਾ ਹੁੰਦੀ। ਉਸ ਦਿਨ ਜਦੋਂ ਮਾਣਕ ਲਾਲ ਗਾਊਨ ਪਾ ਕੇ ਘਰ ਆਇਆ ਤਾਂ ਉਹਦੀ ਮਾਂ ਬਹੁਤ ਹੀ ਖੁਸ਼ ਹੋਈ। ਉਹਨੇ ਉਹਨੂੰ ਪਿਆਰਿਆ, ਕੋਲ ਖੜੀ ਤਾਂਗਰੀ ਗਰੀਬ ਮੰਗਤੀ ਕੁੜੀ ਨੂੰ ਉਸ ਤੋਂ ਰੁਪਇਆ ਵਾਰ ਕੇ ਦਿੱਤਾ। ਉਹਨੇ ਮਾਣਕ ਲਾਲ ਦਾ ਮੂੰਹ ਮੱਥਾ ਚੁੰਮਿਆ। ਮਾਣਕ ਲਾਲ ਆਪਣੀ ਟਹਿਕ ਦੀ ਜਵਾਨੀ 'ਚ BA ਦੀ ਡਿਗਰੀ ਲਈ ਉਹਦੇ ਕੋਲ ਬੈਠਾ ਸੀ। ਉਹ ਆਪਣੀ ਮਾਂ ਦੀਆਂ ਆਸਾਂ ਦੇ ਆਕਾਸ਼ 'ਚ ਚੜ੍ਹਿਆ ਨਵਾਂ ਸਿਤਾਰਾ ਸੀ। ਉਹਦੇ ਪਿਆਰ ਬਾਰੇ ਸੋਚਦੀ, ਉਹ ਸੋਚਦੀ ਕਿਵੇਂ ਉਹਦੀਆਂ ਬਾਹਾਂ 'ਚ ਨਿੱਕੀਆਂ ਨਿੱਕੀਆਂ ਅੱਖਾਂ ਵਾਲਾ ਨਿੱਕਾ ਜਿਹਾ ਪੋਤਰਾ ਚੰਗਿਆੜਾ ਮਾਰੇਗਾ ਤੇ ਕਿਵੇਂ ਉਹਨੂੰ ਗੋਦ 'ਚ ਲੈ ਕੇ ਲੋਰੀਆਂ ਦੇਵੇਗੀ। ਇਹਨਾਂ ਸੋਚਾਂ ਵਿੱਚ ਹੀ ਉਹ ਕਿਆਫੇ ਲਾਉਂਦੇ ਕਿ ਹਰ ਮਹੀਨੇ ਉਹ ਇੰਨੇ ਸਾਰੇ ਰੁਪਏ ਲਿਆਇਆ ਕਰੇਗਾ। ਉਹ ਬਹੁਤ ਹੀ ਖੁਸ਼ ਹੁੰਦੀ। ਮਾਣਕ ਲਾਲ ਦੀ ਸਫਲਤਾ ਦੀ ਵਧਾਈ ਦੇਣ ਲਈ ਹਰ ਇੱਕ ਗੁਆਂਢੀ ਆਇਆ। ਇੱਕ ਵੱਡੀ ਉਮਰ ਦੀ ਔਰਤ ਕਹਿਣ ਲੱਗੀ, ਕੁੜੇ ਰਵੀਨਾ ਦੇਵੀ, ਵਧਾਈਆਂ ਹੋਣ। ਪਰਮਾਤਮਾ ਕਰੇ ਤੇਰੇ ਬੇਟੇ ਦੀ ਲੰਮੀ ਉਮਰ ਹੋਵੇ ਤੇ ਤੂੰ ਆਨੰਦ ਮਾਣੇ। ਹੁਣ ਉਹਦਾ ਵਿਆਹ ਕਰ ਦੇ। ਪਰਮਾਤਮਾ ਕਰੇ ਤੂੰ ਪੋਤਰੇ ਦਾ ਮੂੰਹ ਵੇਖੇ। ਇੱਕ ਜਵਾਨ ਲੜਕੀ ਦੌੜਦੀ ਹੋਈ ਅੰਦਰ ਆਈ। ਉਸ ਇੱਕ ਮੈਲੀ ਤੇ ਥਿੰਦੀ ਜਿਹੀ ਧੋਤੀ ਲਾਈ ਹੋਈ ਸੀ, ਪਰ ਉਹਦੀਆਂ ਨੰਗੀਆਂ ਬਾਹਾਂ ਤੇ ਚਿਹਰਾ ਇੱਕ ਜਲ ਪਰੀ ਵਰਗੇ ਸਨ, ਜਿਵੇਂ ਉਹ ਕੋਈ ਹੂਰ ਹੋਵੇ। ਮਾਂ ਰਵੀਨਾ ਦੇਵੀ, ਵਧਾਈਆਂ। ਮੈਂ ਤੇਰੇ ਬੇਟੇ ਲਈ ਖੁਸ਼ੀਆਂ ਤੇ ਮਲਹਾਰਾਂ ਨਾਲ ਚੰਬੇਲੀ ਦਾ ਸਿਹਰਾ ਗੁੰਦ ਲਿਆਈ ਹਾਂ। ਹੁਣ ਤੂੰ ਉਹਦਾ ਵਿਆਹ ਕਿੱਥੇ ਕਰ ਰਹੀ ਹੈ? ਪਰਮਾਤਮਾ ਤੈਨੂੰ ਪੋਤਰੇ ਦਾ ਮੂੰਹ ਦਿਖਾਵੇ। ਰਵੀਨਾ ਦੇਵੀ ਕਹਿਣ ਲੱਗੀ, ਫਾਤਿਮਾ, ਤੂੰ ਇਸ ਮੌਕੇ ਤੇ ਫੁੱਲ ਲਿਆਂਦੇ ਨੇ। ਤੂੰ ਕਿੰਨੀ ਚੰਗੀ ਹੈ। ਰੱਬ ਕਰੇ ਤੇਰੇ ਬੋਲ ਸੱਚੇ ਹੋਣ। ਉਸ ਉਹਦਾ ਮੂੰਹ ਮਿੱਠਾ ਕਰਵਾਇਆ ਤੇ ਕੁਝ ਪੈਸੇ ਦਿੱਤੇ। ਫਾਤਿਮਾ ਕਹਿਣ ਲੱਗੀ, ਮਾਂ, ਹਰ ਮੌਕੇ ਤੇ ਅਸੀਂ ਪੈਸੇ ਲੈਂਦੇ ਹਾਂ। ਅਸੀਂ ਗਰੀਬ ਫਲੇਰੇ ਜੋ ਹੋਏ, ਪਰ ਇਸ ਖੁਸ਼ੀ ਦੇ ਮੌਕੇ ਤੇ ਪੈਸੇ ਦੇ ਕੇ ਮੇਰੀਆਂ ਭਾਵਨਾਵਾਂ ਦਾ ਨਿਰਾਦਰ ਨਾ ਕਰ। ਐ ਲੈ, ਮੈਂ ਨਹੀਂ ਲੈਣੇ ਇਹ। ਮੈਂ ਇਹ ਫੁੱਲ ਆਪਣੇ ਮਨ ਦੀ ਖੁਸ਼ੀ ਕਰਕੇ ਲਿਆਈ ਹਾਂ। ਅੱਜ ਉਸ ਆਪਣੀ ਵਿੱਦਿਆ ਪੂਰੀ ਕਰਕੇ ਨਵਾਂ ਜੀਵਨ ਆਰੰਭਿਆ ਹੈ। ਉਹਦੀ ਖੁਸ਼ੀ 'ਚ ਮੇਰਾ ਆਪਣਾ ਦਿਲ ਇਹ ਖੁਸ਼ੀ ਸਾਂਝੀ ਕਰਨਾ ਲੋਚਦਾ ਹੈ। ਮਾਂ, ਮੈਂ ਜੀਵਨ ਦੇ ਇਸ ਮੋੜ ਤੇ ਉਹਨੂੰ ਇਹ ਸਿਹਰਾ ਲੈ ਕੇ ਮਿਲਣ ਆਈ ਸਾਂ। ਰੱਬ ਉਹਦੀ ਲੰਮੀ ਉਮਰ ਕਰੇ, ਉਹਨੂੰ ਇੱਕ ਸੋਹਣੀ ਜਿਹੀ ਵਹੁਟੀ ਦੇਵੇ। ਇਹ ਕਹਿੰਦਿਆਂ ਉਸ ਮਾਣਕ ਲਾਲ ਵੱਲ ਤੱਕਿਆ ਤੇ ਉਹਦੀਆਂ ਅੱਖਾਂ 'ਚ ਅੱਥਰੂ ਭਰ ਆਏ। ਉਹਦਾ ਚਿਹਰਾ ਚਮਕ ਉੱਠਿਆ। ਉਹਦੇ ਚਿਹਰੇ ਨੇ ਜਿਵੇਂ ਦੈਵੀ ਰੂਪ ਧਾਰ ਲਿਆ ਹੋਵੇ। ਕੁਛ ਅਜਿਹੀਆਂ ਭਾਵਨਾਵਾਂ ਜਿਨ੍ਹਾਂ ਨੂੰ ਸ਼ਾਇਦ ਉਹ ਆਪ ਵੀ ਕੋਈ ਨਾਮ ਨਾ ਦੇ ਸਕਦੀ ਹੋਵੇ। ਮਾਣਕ ਲਾਲ ਨੇ ਆਪਣੀਆਂ ਐਨਕਾਂ ਹੇਠੋਂ ਇਸ ਲੜਕੀ ਦੀ ਅਗੰਮੀ ਸੁੰਦਰਤਾ ਨੂੰ ਦੇਖਿਆ। ਉਹਨੇ ਪਹਿਲਾਂ ਵੀ ਕਈ ਵਾਰੀ ਉਹਨੂੰ ਦੇਖਿਆ ਸੀ, ਪਰ ਇਸ ਪਲ ਤਾਂ ਜਿਵੇਂ ਉਹਦਾ ਆਪਾ ਪਿਘਲ ਕੇ ਇੱਕ ਇੱਛਾ ਦਾ ਰੂਪ ਧਾਰ ਗਿਆ। ਐਸੀ ਇੱਛਾ ਜਿਹਦਾ ਭੇਦ ਉਹ ਆਪ ਵੀ ਨਹੀਂ ਸੀ ਪਾ ਸਕਿਆ। ਦੂਸਰਾ ਭਾਗ। ਉਸੇ ਸ਼ਾਮ ਜਦੋਂ ਕੈਲਾਸ਼ ਰਾਮ ਘਰ ਆਇਆ, ਉਸ ਆਪਣੇ ਬੇਟੇ ਨੂੰ ਛਾਤੀ ਨਾਲ ਲਾਇਆ, ਚੁੰਮਿਆ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਹ ਹੁਣ BA ਹੋ ਗਿਆ ਸੀ। ਉਹ ਉਸ ਲਈ ਮੋਟੇ-ਮੋਟੇ ਸੰਤਰੇ ਗੰਨੇ ਲੈ ਕੇ ਆਇਆ ਸੀ। ਹੁਣ ਉਹ ਰਾਤ ਦਾ ਖਾਣਾ ਖਾਣ ਬੈਠੇ। ਖਾਣੇ ਤੋਂ ਮਗਰੋਂ ਮਾਣਕ ਲਾਲ ਦੇ ਵਿਆਹ ਦੀਆਂ ਗੱਲਾਂ ਤੁਰ ਪਈਆਂ। ਕੈਲਾਸ਼ ਰਾਮ ਕਹਿਣ ਲੱਗਾ, ਮਾਣਕ ਲਾਲ ਦੀ ਮਾਂ, ਹੁਣ ਆਪਾਂ ਇਹਨੂੰ ਇੱਕ ਵਹੁਟੀ ਲਿਆ ਦਈਏ। ਜੇ ਆਪਾਂ ਹੁਣ ਇਹਦਾ ਵਿਆਹ ਨਹੀਂ ਕਰਦੇ ਤਾਂ ਬਰਾਦਰੀ ਸਮਝੇਗੀ ਕਿ ਮੁੰਡੇ 'ਚ ਕੋਈ ਨੁਕਸ ਹੋਣਾ ਹੈ, ਕਿ ਉਹਦੀ ਅਜੇ ਮੰਗਣੀ ਨਹੀਂ ਹੋਈ। ਰਵੀਨਾ ਦੇਵੀ ਕਹਿਣ ਲੱਗੀ, ਸਾਡਾ ਮਾਣਕ ਲਾਲ ਹੁਣ ਦੁੱਲਾ ਏ। ਸਾਨੂੰ ਹੁਣ ਲਾੜੀ ਲਿਆਈ ਦੇਣੀ ਚਾਹੀਦੀ ਹੈ। ਮੇਰੇ ਬੇਟੇ, ਕੀ ਤੂੰ ਆਪਣੀ ਮਾਂ ਦੀ ਨਹੀਂ ਮੰਨੇਗਾ? ਦੇਖ, ਮੈਂ ਬਿਲਕੁਲ ਹੀ ਇਕੱਲੀ ਹਾਂ। ਤੇਰੇ ਪਿਤਾ ਜੀ ਸਾਰਾ ਦਿਨ ਦੁਕਾਨ ਤੇ ਰਹਿੰਦੇ ਨੇ, ਤੂੰ ਕਾਲਜ ਰਹਿੰਦਾ ਹੈ। ਹੁਣ ਤੂੰ ਕਚਹਿਰੀ ਜਾਂ ਦਫ਼ਤਰ ਚਲਾ ਜਾਇਆ ਕਰੇਗਾ ਤੇ ਤੇਰੀ ਮਾਂ ਦੇ ਕੋਲ ਕੌਣ ਹੈ? ਉਹਦਾ ਹੱਥ ਵਟਾਉਣ ਵਾਲਾ ਵੀ ਤਾਂ ਕੋਈ ਚਾਹੀਦਾ ਨਾ। ਮੇਰੇ ਬੇਟੇ, ਤੂੰ ਅਜੇ ਕੁੜਮਾਈ ਲਈ ਵੀ ਹਾਂ ਨਹੀਂ ਕੀਤੀ। ਕਈਆਂ ਅਮੀਰ ਘਰਾਂ ਦੀਆਂ ਬੜੀਆਂ ਹੀ ਸੋਹਣੀਆਂ ਕੁੜੀਆਂ ਦੇ ਰਿਸ਼ਤੇ ਆਏ ਨੇ। ਤੂੰ ਮੈਨੂੰ ਰੋਕ ਦਿੰਦਾ ਰਿਹਾ ਏ ਤੇ ਮੈਂ ਤੇਰੀਆਂ ਮੰਨਦੀ ਰਹੀ ਹਾਂ। ਹੁਣ ਤੈਨੂੰ ਜ਼ਰੂਰ ਹੀ ਮੰਨਣਾ ਪਏਗਾ। ਜਦੋਂ ਤੂੰ ਅਜੇ ਪੜ੍ਹਦਾ ਸੀ, ਮੈਂ ਕਿਸੇ ਛੋਕਰੀ ਨੂੰ ਤੇਰੀ ਪਤਨੀ ਨਹੀਂ ਸੀ ਬਣਾਉਣਾ ਚਾਹੁੰਦੀ। ਮਾਣਕ ਲਾਲ ਕਹਿਣ ਲੱਗਾ, ਮਾਂ,
ਜਿੰਨਾ ਚਿਰ ਮੈਂ ਜ਼ਿੰਦਗੀ 'ਚ ਕੁਝ ਬਣਦਾ ਨਹੀਂ ਉਨੀ ਦੇਰ ਨਹੀਂ। ਰਵੀਨਾ ਦੇਵੀ ਨੇ ਜਵਾਬ ਦਿੱਤਾ। ਕੀ? ਰੱਬ ਸਾਰਿਆਂ ਨੂੰ ਦਿੰਦਾ ਹੈ। ਤੂੰ ਵਿਆਹ ਕਰਵਾ ਲਏਂਗਾ ਤਾਂ ਤੇਰੀ ਪਤਨੀ ਆਪਣੀ ਕਿਸਮਤ ਲੈ ਕੇ ਆਏਗੀ। ਤੁਹਾਡੇ ਦੋਵਾਂ ਦੇ ਭਾਗੀ ਬਹੁਤ ਕੁਝ ਹੋ ਸਕਦਾ ਹੈ। ਜੇ ਬਾਲ ਬੱਚੇ ਹੋ ਗਏ ਉਹ ਆਪਣੀ ਕਿਸਮਤ ਲੈ ਕੇ ਆਉਣਗੇ। ਹਰ ਇੱਕ ਦਾ ਆਪਣਾ ਮੁਕੱਦਰ ਏ। ਤੁਸੀਂ ਪੜ੍ਹੇ ਲਿਖੇ ਬੇਵਕੂਫ ਜ਼ਿੰਦਗੀ ਨੂੰ ਹਮੇਸ਼ਾ ਪੈਸੇ ਵਿੱਚ ਹੀ ਤੋਲਦੇ ਹੋ। ਇਹ ਬਿਲਕੁਲ ਗਲਤ ਏ। ਸਦਾ ਮਨੁੱਖਾਂ, ਉਹਨਾਂ ਦੀਆਂ ਜ਼ਿੰਦਗੀਆਂ ਤੇ ਉਹਨਾਂ ਦੀਆਂ ਕਿਸਮਤਾਂ ਬਾਰੇ ਸੋਚੋ। ਅਸੀਂ ਨਾ ਤਾਂ ਜੀਵਨ ਦਾਤੇ ਹਾਂ ਤੇ ਨਾ ਹੀ ਅੰਨ ਦਾਤੇ। ਪਰਮਾਤਮਾ ਦੇ ਘਰ ਸਾਰਿਆਂ ਦੀ ਕੋਈ ਨਾ ਕੋਈ ਥਾਂ ਹੈ। ਸਭ ਕੁਝ ਧੁਰੋਂ ਲਿਖਿਆ, ਮੌਤ ਵੀ ਤੇ ਦੁੱਖ ਵੀ। ਤੇਰੀ ਪੜ੍ਹਾਈ ਦਾ ਕੀ ਲਾਭ ਜੇ ਤੇਰਾ ਉਸ ਅਦਿੱਖ ਵਿੱਚ ਤੇ ਮੁਕੱਦਰ ਦੇ ਖਜ਼ਾਨਿਆਂ 'ਚ ਵਿਸ਼ਵਾਸ ਨਹੀਂ। ਮਾਣਕ ਲਾਲ ਕਹਿਣ ਲੱਗਾ, ਮਾਂ, ਮੈਂ ਨਹੀਂ ਜਾਣਦਾ ਕਿ ਪੈਸੇ ਤੋਂ ਬਿਨਾਂ ਸਾਡੇ ਵਰਗਾ ਗਰੀਬ ਪਰਿਵਾਰ ਹੋਰ ਜੀਆਂ ਦਾ ਢਿੱਡ ਕਿਵੇਂ ਭਰ ਸਕੇਗਾ। ਕੈਲਾਸ਼ ਰਾਮ ਨੇ ਕਿਹਾ, ਮੇਰੇ ਸਪੁੱਤਰ, ਅਸੀਂ ਦੋਵੇਂ ਬੁੱਢੇ ਹੋ ਗਏ ਹਾਂ। ਅਸੀਂ ਸਾਰੀ ਜ਼ਿੰਦਗੀ ਪੱਟ ਚੁੱਕਿਆ ਹੈ। ਤੇਰੇ ਵਿਆਹ ਵਰਗਾ ਸ਼ੁਭ ਮੌਕਾ ਸਾਡੀ ਜ਼ਿੰਦਗੀ 'ਚ ਇੱਕ ਵਾਰ ਹੀ ਆਉਣਾ ਹੈ। ਕਿ ਤੂੰ ਬੁੱਢੇ ਬਾਰੇ ਸਾਨੂੰ ਇਹ ਖੁਸ਼ੀ ਦੇਣ ਤੋਂ ਵੀ ਇਨਕਾਰੀ ਹੈ। ਹੁਣ ਤੱਕ ਤਾਂ ਅਸੀਂ ਸਹਿੰਦੇ ਰਹੇ, ਪਰ ਜਦ ਤੂੰ BA ਪਾਸ ਕਰ ਲਈਏ ਅਸਹਿ ਹੋ ਰਿਹਾ ਹੈ। ਜਦੋਂ ਤੂੰ BA ਪਾਸ ਹੈ ਤਾਂ ਤੈਨੂੰ ਪੈਸੇ ਦਾ ਵੀ ਫਿਕਰ ਹੈ। ਤੈਨੂੰ ਪੈਸੇ ਦਾ ਕੀ ਫਿਕਰ ਹੈ? ਕਿ ਇਹ ਤੇਰੇ ਛੇਤੀ ਇੱਕ ਬਹੁਤ ਵੱਡਾ ਅਫਸਰ ਬਣਨ ਦੀ ਗਰੰਟੀ ਨਹੀਂ। ਮਾਣਕ ਲਾਲ ਨੇ ਜਵਾਬ ਦਿੱਤਾ, ਪਿਤਾ ਜੀ, ਇੱਥੇ ਤੁਹਾਨੂੰ ਗਲਤੀ ਲੱਗੀ ਹੈ। ਬਰਤਾਨਵੀ ਰਾਜ ਹੁਣ ਪੱਕੇ ਪੈਰੀਂ ਹੈ। ਉਹਨਾਂ ਨੂੰ ਹੁਣ ਹਿੰਦੁਸਤਾਨੀ ਮੁਲਾਜ਼ਮਾਂ ਦੀ ਲੋੜ ਨਹੀਂ। ਉਹ ਹੁਣ ਗ੍ਰੈਜੂਏਟਾਂ ਦੀ ਉਹ ਕਦਰ ਨਹੀਂ ਕਰਦੇ ਜੋ ਪਹਿਲਾਂ ਕਰਿਆ ਕਰਦੇ ਸੀ। ਹੁਣ ਜੇ ਇੱਕ ਨੌਕਰੀ ਹੁੰਦੀ ਹੈ ਤਾਂ 300 ਅਰਜ਼ੀਆਂ ਹੁੰਦੀਆਂ। ਬਰਤਾਨਵੀ ਰਾਜ ਦੇ ਆਰੰਭ ਵਿੱਚ ਜੇ ਉਹਨਾਂ ਨੂੰ 300 ਆਦਮੀਆਂ ਦੀ ਲੋੜ ਹੁੰਦੀ ਸੀ ਤਾਂ ਗ੍ਰੈਜੂਏਟ ਤਾਂ ਕੀ, ਸਧਾਰਨ ਪੜ੍ਹੇ ਲਿਖੇ ਲੋਕ ਵੀ ਅੱਧੀ ਦਰਜਨ ਤੋਂ ਵੱਧ ਮੁਸ਼ਕਿਲ ਨਾਲ ਮਿਲਦੇ ਸਨ। ਸੋ ਮੈਨੂੰ ਹੁਣ ਤਾਂ ਨੌਕਰੀ ਲੱਭਣੀ ਪਏਗੀ। ਰਵੀਨਾ ਦੇਵੀ ਕਹਿਣ ਲੱਗੀ, ਮੇਰੇ ਬੇਟੇ, ਜਿੰਨਾ ਚਿਰ ਤੂੰ ਵਿਆਹ ਕਰਵਾ ਕੇ ਮੇਰਾ ਚਾਅ ਨਹੀਂ ਲਾਉਂਦਾ ਤੈਨੂੰ ਨੌਕਰੀ ਨਹੀਂ ਮਿਲਣੀ। ਜੋਤਸ਼ੀ ਨੇ ਕੱਲ ਤੇਰੀ ਕੁੰਡਲੀ ਦੇਖੀ ਸੀ। ਉਹ ਕਹਿੰਦਾ ਸੀ ਤੇਰੀ ਕਿਸਮਤ ਵਿੱਚ ਵਿਆਹ ਤੋਂ ਮਗਰੋਂ ਹੀ ਖੁੱਲਣੀ ਹੈ। ਤੇਰੀ ਕਿਸਮਤ ਵਿਆਹ ਤੋਂ ਮਗਰੋਂ ਹੀ ਖੁੱਲਣੀ ਹੈ। ਮਾਣਕ ਲਾਲ ਕਹਿੰਦਾ, ਮਾਂ, ਮੈਂ ਤੈਨੂੰ ਨਾਰਾਜ਼ ਨਹੀਂ ਕਰ ਸਕਦਾ। ਠੀਕ ਹੈ, ਤੂੰ ਮੇਰਾ ਵਿਆਹ ਹੀ ਕਰ ਦੇ। ਮਾਂ ਨੇ ਉਹਨੂੰ ਹਿੱਕ ਨਾਲ ਲਾਇਆ, ਉਹਦੀ ਪਗੜੀ ਨੂੰ ਚੁੰਮਿਆ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਹਦਾ ਬੇਟਾ ਇੰਨਾ ਆਗਿਆਕਾਰੀ ਸੀ। ਤੀਸਰਾ ਹਿੱਸਾ। ਉਪਰੋਕਤ ਗੱਲਬਾਤ ਤੋਂ 1 ਮਹੀਨੇ ਦੇ ਵਿੱਚ ਹੀ ਮਾਣਕ ਲਾਲ ਦਾ ਵਿਆਹ ਹੋ ਗਿਆ। ਉਹਦੀ ਵਹੁਟੀ ਘਰ ਆ ਗਈ। ਉਹ 15 ਸਾਲਾਂ ਦੀ ਅੱਲੜ ਮੁਟਿਆਰ ਸੀ। ਉਹ ਇੱਕ ਅਮੀਰ ਬਾਪ ਦੀ ਧੀ ਹੋਣ ਕਰਕੇ ਸੋਨੇ ਚਾਂਦੀ ਨਾਲ ਸਜੀ ਪਈ ਸੀ। ਉਹਦੇ ਸਿਲਕੀ ਕੱਪੜਿਆਂ ਨੂੰ ਚਿੱਟਾ ਤੇ ਸੁਨਹਿਰੀ ਗੋਟਾ ਲੱਗਾ ਸੀ। ਉਹ ਇੱਕ ਨੀਵੀਂ ਜਿਹੀ ਪਾਈ ਸ਼ਰਮ ਨਾਲ ਝੁਕੀ ਬੈਠੀ ਤਾਂ ਚਾਨਣ ਦੀ ਢੇਰੀ ਹੀ ਲੱਗਦੀ ਸੀ। ਰਵੀਨਾ ਦੇਵੀ ਉਹਨੂੰ ਚਮਚਿਆਂ ਨਾਲ ਖਵਾਉਂਦੀ, ਕਿਉਂਕਿ ਲਾੜੀ ਨੇ ਤਾਰੇ ਚੜ੍ਹਨ ਤੱਕ ਨਾ ਤਾਂ ਘੁੰਡ ਚੁੱਕਿਆ ਤੇ ਨਾ ਹੀ ਕਿਸੇ ਨਾਲ ਗੱਲ ਹੀ ਕੀਤੀ। ਇਸ ਲਈ ਰਵੀਨਾ ਦੇਵੀ ਨੇ ਉਹਦੀ ਨੌਕਰਾਣੀਆਂ ਦੀ ਤਰ੍ਹਾਂ ਦੇਖਭਾਲ ਕੀਤੀ। ਰਾਤ ਪਈ ਉਹ ਆਪਣੀ ਸੱਸ ਵੱਲੋਂ ਤਿਆਰ ਕੀਤੇ ਬਿਸਤਰੇ ਤੇ ਇਕੱਲੀ ਜਾ ਪਈ। ਜਦੋਂ ਮਾਣਕ ਲਾਲ ਆਪਣੀ ਪਤਨੀ ਨੂੰ ਪਹਿਲੀ ਵਾਰ ਮਿਲਿਆ ਤਾਂ ਇੱਕ ਅਨੋਖੀ ਮਿਲਣੀ ਸੀ। ਕਾਫੀ ਰਾਤ ਗਈ। ਉਹਦੇ ਮਾਪੇ ਘਰ ਦੇ ਹੇਠਲੇ ਕਮਰੇ 'ਚ ਚਲੇ ਗਏ। ਜਦੋਂ ਮਾਣਕ ਲਾਲ ਉਹਦੇ ਛੋਟੇ ਜਿਹੇ ਕਮਰੇ 'ਚ ਵੜਿਆ ਤਾਂ ਉੱਠ ਕੇ ਮੰਜੇ ਕੋਲ ਪਈ ਨਵੀਂ ਜਿਹੀ ਚੌਕੀ ਤੇ ਬੈਠ ਗਈ। ਸ਼ਾਇਦ ਉਹਨੂੰ ਕਿਸੇ ਨੇ ਸਿਖਾਇਆ ਸੀ ਕਿ ਆਪਣੇ ਪਤੀ ਲਈ ਮੰਜਾ ਛੱਡ ਦੇਈਦਾ ਤਾਂ ਜੋ ਉਹਦੇ ਸਤਿਕਾਰ ਵਜੋਂ ਉਹਨੂੰ ਉੱਚੀ ਥਾਂ ਤੇ ਬਿਠਾਇਆ ਜਾਏ। ਕੁਝ ਹੈਰਾਨ ਜਿਹਾ ਹੋਇਆ ਮਾਣਕ ਲਾਲ ਬਿਸਤਰੇ ਤੇ ਬੈਠ ਗਿਆ। ਉਹ ਕੋਈ ਗੱਲ ਕਰਨੀ ਚਾਹੁੰਦਾ ਸੀ। ਉਹ ਕੁਝ ਨਾ ਬੋਲੀ। ਆਖਰ ਉਸ ਪਿਆਰ ਨਾਲ ਉਹਦਾ ਘੁੰਡ ਚੁੱਕਣਾ ਚਾਹਿਆ, ਪਰ ਉਹਦੇ ਇਸ ਤਰ੍ਹਾਂ ਸਿਰ ਨੰਗਾ ਕਰਨ ਨੂੰ ਉਸ ਰੋਕਿਆ। ਉਸ ਆਪਣਾ ਘੁੰਡ ਘੁੱਟ ਕੇ ਫੜ ਲਿਆ ਤੇ ਆਪਣਾ ਸਿਰ ਗੋਡਿਆਂ 'ਚ ਦੇ ਲਿਆ। ਇਸ ਤਰ੍ਹਾਂ ਘੁੰਡ ਚੁੱਕਣ ਲਈ ਮਿੱਠੀ ਜਿਹੀ ਤੇ ਪਿਆਰੀ ਜਿਹੀ ਰੱਸਾਕਸ਼ੀ ਹੁੰਦੀ ਰਹੀ। ਉਹ ਘੁੰਡ ਚੁੱਕਦਾ ਪਰ ਉਹ ਚੁੱਕਣ ਨਾ ਦਿੰਦੀ। ਅਖੀਰ ਉਹਨੇ ਉਹਦੀ ਖਾਮੋਸ਼ੀ ਵਿੱਚੋਂ ਨਾ ਬੁੱਝ ਲਈ। ਅਖੀਰ ਉਹ ਉੱਠਿਆ ਤੇ ਉਹਦੇ ਸਾਹਮਣੇ ਪੈਰਾਂ ਭਾਰ ਬੈਠ ਕੇ ਬੜੇ ਪਿਆਰ ਨਾਲ ਲਾੜੀ ਦਾ ਘੁੰਡ ਚੁੱਕ ਦਿੱਤਾ, ਪਰ ਅਜੇ ਵੀ ਉਹਦਾ ਚਿਹਰਾ ਉਹਦੇ ਗੋਡਿਆਂ 'ਚ ਲੁਕਿਆ ਹੋਇਆ ਸੀ। ਉਹਦੀਆਂ ਸੁਗੰਧਤ ਮੀਡੀਆਂ ਕੁਝ ਬਿਖਰ ਗਈਆਂ ਸਨ। ਅਖੀਰ ਉਹਨੇ ਉਹਨੂੰ ਚੁੱਕ ਕੇ ਬਿਸਤਰ ਤੇ ਲੈ ਆਂਦਾ। ਉਹਦਾ ਦੁਪੱਟਾ ਜ਼ਰਾ ਜ਼ੋਰ ਨਾਲ ਖਿੱਚ ਕੇ ਲਾ ਦਿੱਤਾ। ਉਹਨੇ ਲੈਂਪ ਦੀ ਮੱਧਮ ਜਿਹੀ ਰੌਸ਼ਨੀ 'ਚ ਉਹਨੂੰ ਪਹਿਲੀ ਵਾਰ ਦੇਖਿਆ। ਉਹ ਅਜੇ ਵੀ ਆਪਣੇ ਹੱਥਾਂ ਨਾਲ ਮੂੰਹ ਢੱਕਣ ਦਾ ਯਤਨ ਕਰ ਰਹੀ ਸੀ, ਪਰ ਹੁਣ ਮਾਣਕ ਲਾਲ ਮਿੱਠੀ ਜਿਹੀ ਜ਼ਿਆਦਤੀ ਕਰਨ ਲੱਗ ਪਿਆ ਸੀ। ਉਸ ਕਿਹਾ, ਮੈਨੂੰ ਮੇਰਾ ਮੂੰਹ ਦਿਖਾ ਦੇ, ਇਹ ਹੁਣ ਤੇਰਾ ਨਹੀਂ ਹੈ। ਕਿ ਤੁਸੀਂ ਆਪਣੇ ਮਹਿਮਾਨਾਂ ਨਾਲ ਇਸੇ ਤਰ੍ਹਾਂ ਦਾ ਹੀ ਸਲੂਕ ਕਰਦੇ ਹੋ?
ਉਸ ਉੱਤਰ ਦਿੱਤਾ। ਮਾਣਕ ਲਾਲ ਨੇ ਕਿਹਾ, ਮੈਂ ਕ੍ਰਿਸ਼ਨ ਦੀ ਤਰ੍ਹਾਂ ਹੀ ਤੇਰੇ ਕੱਪੜੇ ਚੁਰਾਏ ਨੇ। ਕਿ ਤੇਰੇ ਵਰਗੀ ਜਵਾਨ ਕੁੜੀ ਦਾ ਮੂੰਹ ਨੰਗਾ ਕਰਨਾ ਕੋਈ ਗਲਤੀ ਹੈ? ਲਾੜੀ ਨੇ ਕਿਹਾ ਕਿ ਲੋਕ ਜਦੋਂ ਨਵਾਂ ਚੰਦ ਦੇਖਦੇ ਨੇ ਤਾਂ ਉਹ ਮਠਿਆਈਆਂ, ਉਮੀਦਾਂ ਤੇ ਖੁਸ਼ੀਆਂ ਭੇਟ ਕਰਦੇ ਨੇ, ਤੇ ਤੁਸੀਂ ਬਿਨਾਂ ਕਿਸੇ ਭੇਟਾਂ ਦੇ ਚੰਦ ਦੇਖਣਾ ਚਾਹੁੰਦੇ ਹੋ। ਮਾਣਕ ਲਾਲ ਨੇ ਕਿਹਾ, ਮੈਂ ਆਪਣਾ ਆਪ ਭੇਟ ਕਰਦਾ, ਕੀ ਇਹ ਕਾਫੀ ਨਹੀਂ? ਲਾੜੀ ਨੇ ਕਿਹਾ, ਇਹ ਪਲ ਦੀ ਪਲ ਰਿਝਾਉਣ ਵਾਲੀ ਗੱਲ ਹੈ। ਆਪਣਾ ਆਪ ਕੌਣ ਦਿੰਦਾ ਹੈ? ਇਹ ਤਾਂ ਤੁਸੀਂ ਮੈਨੂੰ ਆਪਣਾ ਬਿਸਤਰਾ ਜਾਂ ਆਪਣਾ ਮੋਢਾ ਸਜਾਉਣ ਲਈ ਟਾਹਣੀ ਨਾਲੋਂ ਤੋੜ ਕੇ ਘਰ ਲੈ ਆਏ ਹੋ, ਤਾਂ ਜੋ ਮੈਂ ਤੁਹਾਨੂੰ ਪਿਆਰ ਕਰਾਂ ਤੇ ਤੁਸੀਂ ਮੈਨੂੰ ਮਾਣ ਸਕੋ। ਕੀ ਇੰਜ ਨਹੀਂ? ਮਾਣਕ ਲਾਲ ਨੇ ਕਿਹਾ, ਉਹ ਮੇਰੀ ਪਿਆਰੀ, ਤੇਰਾ ਹੁਸਨ ਹੀ ਮੈਨੂੰ ਕੀਲਣ ਲਈ ਕਾਫੀ ਹੈ। ਗੱਲ ਇਹ ਵੇ, ਸੁਣ ਲੈ ਮੇਰੇ ਤੋਂ, ਤੇਰੀ ਸਾਦਗੀ ਨੇ ਮੈਨੂੰ ਤੇਰਾ ਸਾਰੀ ਉਮਰ ਦਾ ਗੁਲਾਮ ਬਣਾ ਦਿੱਤਾ ਹੈ। ਲਾੜੀ ਕਹਿਣ ਲੱਗੀ, ਤੁਸੀਂ ਆਪਣੀ ਪਤਨੀ ਦਾ ਕਮਾਲ ਦੀ ਛੇੜਖਾਨੀ ਨਾਲ ਸਵਾਗਤ ਕੀਤਾ ਹੈ। ਮਾਣਕ ਲਾਲ, ਕੀ ਤੂੰ ਨਾਰਾਜ਼ ਹੈ? ਕਿ ਮੈਂ ਸੱਚੀ ਮੁੱਚੀ ਤੈਨੂੰ ਨਾਰਾਜ਼ ਕਰ ਬੈਠਾ? ਲਾੜੀ ਨੇ ਕਿਹਾ, ਤੁਹਾਨੂੰ ਮੈਨੂੰ ਸਾਰੀ ਦੀ ਸਾਰੀ ਨੂੰ ਇੱਕੋ ਵਾਰੀ ਦੇਖਣਾ ਚੰਗਾ ਨਹੀਂ। ਇਸ ਤਰ੍ਹਾਂ ਅਸੀਂ ਛੇਤੀ ਇੱਕ ਦੂਜੇ ਤੋਂ ਅੱਕ ਜਾਵਾਂਗੇ। ਆਪਣੀ ਉਤਸੁਕਤਾ ਬਣਾਈ ਰੱਖੋ। ਸ਼ਾਇਦ ਮੇਰੇ ਵਿੱਚ ਦੀ ਲਾੜੀ ਨੂੰ ਹੌਲੀ ਹੌਲੀ ਲੁਕਣ ਛਿਪੀ ਕਰਦਿਆਂ ਤੁਹਾਡੇ ਸਾਹਮਣੇ ਆਉਣਾ ਚਾਹੀਦਾ ਹੈ। ਮੈਨੂੰ ਇਸ ਤਰ੍ਹਾਂ ਨਾ ਦੇਖੋ ਜਿਵੇਂ ਕਿ ਦੇਖ ਰਹੇ ਹੋ। ਮੇਰੇ ਸੀਮਤ ਸਰੀਰ ਨੂੰ ਆਪਣੀਆਂ ਬਾਹਾਂ 'ਚ ਲੈ ਲਓ, ਪਰ ਮੇਰੀ ਅਸੀਮਤਾ ਨੂੰ ਅਜੇ ਘੁੰਡ 'ਚ ਹੀ ਰਹਿਣ ਦਿਓ। ਮਾਣਕ ਲਾਲ ਨੇ ਕਿਹਾ, ਕਮਾਲ ਹੈ, ਜੇ ਉੱਪਰੋਂ ਵਹਿਮੀ ਤੇ ਭਰਮੀ ਦਿਸਣ ਵਾਲੀਆਂ ਪੰਜਾਬੀ ਕੁੜੀਆਂ ਇੰਨੀ ਗੂੜ ਗਿਆਨ ਰੱਖਦੀਆਂ ਨੇ ਤਾਂ ਇਹ ਲੈ ਆਪਣਾ ਦੁਪੱਟਾ। ਜੇ ਇਹ ਹੀ ਨਾਰਾਜ਼ਗੀ ਹੈ ਤਾਂ ਇਹਨੂੰ ਉੱਪਰ ਲੈ ਲੈ। ਪਰ ਸੱਚ ਇਹ ਹੈ ਕਿ ਮੈਨੂੰ ਇਸ ਘੁੰਡ ਤੋਂ ਚਿੜ ਹੈ। ਇਹ ਤੇਰੇ ਨਾਲ ਲਿਪਟਿਆ ਪਿਆ ਏ ਤੇ ਮੈਂ ਤੇਰੇ ਦਿਲ ਦੇ ਦੁਆਰ ਤੇ ਖੜਾ ਤੇਰੇ ਪਿਆਰ ਦੀ ਭਿੱਖਿਆ ਮੰਗ ਰਿਹਾ। ਮੈਨੂੰ ਆਪਣਾ ਮੂੰਹ ਤੇ ਮੁਸਕਰਾਹਟ ਤਾਂ ਦੇਖ ਲੈਣ ਦੇ, ਘੁੰਡ ਦਾ ਇੱਕ ਕੋਨਾ ਤਾਂ ਸਰਕਾ ਦੇ। ਲਾੜੀ ਕਹਿਣ ਲੱਗੀ, ਪਰਦਾ ਹੀ ਤਾਂ ਔਰਤ ਦਾ ਸਭ ਕੁਝ ਏ, ਉਹਦਾ ਰੂਪ, ਉਹਦਾ ਸੰਜਮ, ਉਹਦੇ ਭਖਦੇ ਪਿਆਰ ਦਾ ਵੇਸ। ਲਾੜੀ ਰਾਖੀ ਆਪਣੇ ਆਪ ਨੂੰ ਬੜੇ ਸਲੀਕੇ ਨਾਲ ਦੁਪੱਟੇ 'ਚ ਸਮੇਟਦੀ ਹੋਈ ਇਸ ਸਹਿਜ ਭਾਅ ਨਾਲ ਮਾਣਕ ਲਾਲ ਨੂੰ ਨਿਹਾਰਨ ਲੱਗੀ, ਜਿਵੇਂ ਬਹੁਤ ਹੀ ਪੁਰਾਣੀ ਵਾਕਫ ਹੋਵੇ। ਮਾਣਕ ਲਾਲ ਨੇ ਉਹਦੇ ਚਿਹਰੇ ਨੂੰ ਆਪਣੀਆਂ ਤਲੀਆਂ 'ਚ ਲੈਂਦੇ ਹੋਏ ਕਿਹਾ, ਦੇਖ ਮੇਰਾ ਚੰਦ ਮੈਨੂੰ ਮਿਲ ਗਿਆ। ਲਾੜੀ ਕਹਿਣ ਲੱਗੀ, ਹਾਂ, ਇਹ ਤੁਹਾਡਾ ਚੰਦ ਏ, ਤੁਸੀਂ ਇਹਨੂੰ ਫੜ ਸਕਦੇ ਹੋ, ਪਰ ਇਹਨੂੰ ਸਦਾ ਆਕਾਸ਼ ਵਿੱਚੋਂ ਹੀ ਦੇਖਣਾ। ਮਾਣਕ ਲਾਲ ਕਹਿੰਦਾ, ਤੂੰ ਕਿੰਨੀਆਂ ਪਿਆਰੀਆਂ ਗੱਲਾਂ ਕਰਦੀ ਹੈ, ਤੇਰੀਆਂ ਗੱਲਾਂ 'ਚ ਸੂਝ ਹੈ, ਕਵਿਤਾ ਹੈ, ਤੂੰ ਇਹ ਸਭ ਕੁਝ ਕਿੱਥੋਂ ਸਿੱਖਿਆ? ਲਾੜੀ ਨੇ ਕਿਹਾ, ਪਿਆਰ ਤੇ ਜਵਾਨੀ ਬਹੁਤ ਵੱਡੀਆਂ ਯੂਨੀਵਰਸਿਟੀਆਂ ਹਨ। ਜ਼ਿੰਦਗੀ ਨੂੰ ਸਮਝਣ ਲਈ ਹਰ ਇੱਕ ਲਈ BA ਪਾਸ ਹੋਣਾ ਤਾਂ ਜ਼ਰੂਰੀ ਨਹੀਂ। ਗਿਆਨ ਤਾਂ ਫੁੱਲਾਂ ਵਿੱਚੋਂ ਵੀ ਝਲਕਦਾ ਹੈ, ਇਹ ਕੋਇਲ ਦੀ ਹੂਕ ਵਿੱਚ ਵੀ ਹੈ। ਪੱਕੇ ਹੋਏ ਅੰਬ ਵੀ ਸਾਨੂੰ ਕਾਫੀ ਡੂੰਘਾ ਗਿਆਨ ਦਿੰਦੇ ਹਨ। ਪੱਤੇ ਥਰਥਰਾਉਂਦੇ ਹਨ, ਟਾਹਣੀਆਂ ਨਾਚ ਕਰਦੀਆਂ ਤੇ ਹਵਾਵਾਂ ਗੀਤ ਗਾਉਂਦੀਆਂ ਹਨ। ਸ੍ਰੀਮਾਨ ਜੀ, ਜੇ ਤੁਹਾਡੀਆਂ ਕਿਤਾਬਾਂ ਤੋਂ ਬਾਹਰ ਕਵਿਤਾ ਨਾ ਹੋਵੇ ਤਾਂ ਰੱਬ ਨਾ ਹੋਵੇ। ਸਾਡੇ ਵਰਗੇ ਗਰੀਬਾਂ ਦੀ ਜ਼ਿੰਦਗੀ ਵਿੱਚ ਕੋਈ ਗਿਆਨ ਨਾ ਹੋਵੇ। ਮਾਣਕ ਲਾਲ ਨੇ ਕਿਹਾ, ਮੈਂ ਸ਼ੇਕਸਪੀਅਰ ਦੀ ਸਾਰੀ ਰਚਨਾ ਪੜ੍ਹੀ ਹੈ, ਪਰ ਅਜਿਹੀ ਚੰਗੀ ਸਤਰ ਕੋਈ ਨਹੀਂ ਸੀ ਜੋ ਤੇਰੇ ਭਰਵੱਟੇ ਉਲੀਕਦੇ ਨੇ। ਕੋਈ ਵੀ ਵਿਚਾਰ ਇੰਨਾ ਮਗਦਾ ਨਹੀਂ ਜਿੰਨੀਆਂ ਕਿਸੇ ਅਬੁੱਝ ਸ਼ੈ ਨਾਲ ਰਤੀਆਂ ਅੱਖਾਂ ਨੇ। ਲਾੜੀ ਕਹਿਣ ਲੱਗੀ, ਸ਼੍ਰੀਮਾਨ ਜੀ, ਆਪਣੇ ਲਫ਼ਜ਼ਾਂ ਵੱਲ ਧਿਆਨ ਦਿਓ। ਭਾਂਬਰ ਕੁਝ ਪਲ ਹੀ ਬਲਦੇ ਨੇ, ਸਿਤਾਰੇ ਸਦੀਆਂ ਹੀ ਚਮਕਦੇ ਨੇ। ਸ਼ਾਇਦ ਮੇਰੇ ਕੁਝ ਪਲ ਰਹਿਣ ਵਾਲੇ ਹੁਸਨ ਨੇ ਤੁਹਾਨੂੰ ਇਸ ਤਰ੍ਹਾਂ ਨਿਛਾਵਰ ਹੋਣ ਲਈ ਉਕਸਾਇਆ ਹੈ, ਪਰ ਮੇਰੀਆਂ ਜ਼ਿੰਦਗੀ ਭਰ ਦੀਆਂ ਗਲਤੀਆਂ ਤੁਹਾਨੂੰ ਕਿਤੇ ਅਕਾ ਨਾ ਦੇਣ। ਮਾਣਕ ਲਾਲ ਨੇ ਕਿਹਾ, ਕਿ ਹਿੰਦੂ ਕੁੜੀਆਂ ਇਸ ਤਰ੍ਹਾਂ ਆਪਣੇ ਆਦਮੀਆਂ ਨੂੰ ਜ਼ਿੰਦਗੀ ਭਰ ਲਈ ਵਸ ਕਰ ਲੈਂਦੀਆਂ ਨੇ? ਸਾਰੀ ਦੁਨੀਆ ਇਹੀ ਕਹਿੰਦੀ ਹੈ ਕਿ ਉਹ ਪਤੀਆਂ ਦੀਆਂ ਗੁਲਾਮ ਹੁੰਦੀਆਂ ਨੇ, ਪਰ ਅਸਲ 'ਚ ਉਹ ਆਪਣੇ ਕੁਦਰਤੀ ਗਿਆਨ ਤੇ ਭਾਵਨਾ ਦੀ ਸ੍ਰੇਸ਼ਟਤਾ ਸਦਕਾ ਉਹਨਾਂ ਤੇ ਰਾਜ ਕਰਦੀਆਂ ਨੇ। ਇਸ ਸਿਆਣਪ ਦਾ ਮੈਂ ਕਾਇਲ ਹਾਂ। ਮੈਂ ਹੁਣ ਜ਼ਿੰਦਗੀ ਭਰ ਲਈ ਤੇਰਾ ਹਾਂ। ਲਾੜੀ ਨੇ ਕਿਹਾ, ਇਹ ਤੁਹਾਡੀ ਉਦਾਰਤਾ ਹੈ। ਆਦਮੀ ਕੁਝ ਚਿਰ ਲਈ ਸਾਡੇ ਸ਼ੌਕੀਨ ਹੁੰਦੇ ਨੇ, ਪਰ ਜਦੋਂ ਅੱਕ ਜਾਂਦੇ ਨੇ ਤਾਂ ਸਾਨੂੰ ਸਾਡੇ ਹਾਲ ਤੇ ਛੱਡ ਦਿੰਦੇ ਨੇ। ਮਾਣਕ ਲਾਲ ਕਹਿਣ ਲੱਗਾ, ਮੈਂ ਤੇਰੀ ਇਸ ਮਧੁਰਤਾ ਤੋਂ ਬਿਨਾਂ ਕਿਵੇਂ ਰਹਿ ਸਕਦਾ, ਜਿਸ 'ਚ ਸੰਜਮ ਹੈ ਫਿਰ ਵੀ ਹਰ ਅੰਗ ਝੋਲੀ ਪੈਣ ਨੂੰ ਲੋਚਦਾ ਹੈ। ਲਾੜੀ ਨੇ ਜਵਾਬ ਦਿੱਤਾ, ਸ਼੍ਰੀਮਾਨ ਜੀ, ਮੈਂ ਇੱਕ ਦਿਨ ਸੁਣਿਆ ਸੀ ਕਿ ਮਰਦ ਤੇ ਔਰਤ ਆਪਣੀ ਜਿਨਸ ਨੂੰ ਹੀ ਪਸੰਦ ਕਰਦੇ ਨੇ। ਸੋ ਜੇ ਔਰਤ ਲਗਭਗ ਮਰਦ ਹੀ ਨਹੀਂ ਬਣ ਜਾਂਦੀ ਤੇ ਉਹ ਮਰਦ ਦੀ ਸੱਚੀ ਸਾਥਣ ਨਹੀਂ ਹੋ ਸਕਦੀ।
ਆਖਿਰਕਾਰ ਔਰਤ ਹੀ ਹੋ ਸਕਦੀ ਹੈ, ਪਰ ਜਦੋਂ ਔਰਤ ਬੁੱਢੀ ਹੋ ਜਾਂਦੀ ਹੈ ਤਾਂ ਮਰਦ ਮਰਦਾਂ ਨੂੰ ਹੀ ਜ਼ਿਆਦਾ ਪਸੰਦ ਕਰਦੇ ਨੇ। ਔਰਤ ਦਾ ਸਾਥ ਉਹ ਛੱਡ ਦਿੰਦੇ ਨੇ ਤੇ ਕਿਸੇ ਆਪਣੇ ਵਰਗੇ ਦਾ ਸਾਥ ਲੱਭਦੇ ਨੇ। ਮਾਣਕ ਲਾਲ ਨੇ ਕਿਹਾ, ਮੇਰੀ ਮਿੱਠੋ, ਇਸ ਉਮਰ 'ਚ ਤੇ ਇਸ ਸਮੇਂ ਇਹਨਾਂ ਮਹਾਨ ਹੋਣੀਆਂ ਦੀਆਂ ਗੱਲਾਂ ਨਾਲ ਕਿਉਂ ਮੱਥਾ ਮਾਰ ਰਹੀ ਹੈ? ਕੱਚੇ ਤੇ ਗਦਰੇ ਹੋਏ ਫਲਾਂ ਦਾ ਆਪਣਾ ਹੀ ਰੰਗ ਤੇ ਖੁਸ਼ਬੂ ਹੁੰਦੀ ਹੈ, ਪੱਕਿਆਂ ਦੀ ਆਪਣੀ। ਇਸ ਸਫ਼ਰ ਦੇ ਸਾਰੇ ਪੜਾਵਾਂ ਨੂੰ ਇੱਕ ਹੀ ਪਲਾਂਘ 'ਚ ਸਰ ਕਰਨ ਦਾ ਯਤਨ ਕਿਉਂ? ਅੱਗੇ ਵਹਿੰਦੇ ਰਹਿਣ ਤੇ ਪੜਾਅ 'ਤੇ ਪੁੱਜਣ ਨਾਲ ਹੀ ਮਜ਼ਾ ਹੈ। ਲਾੜੀ ਨੇ ਕਿਹਾ ਕਿ ਇਹ ਨਹੀਂ ਕਿ ਮਰਦ ਔਰਤ ਨਾਲੋਂ ਵੱਧ ਸੋਹਣਾ ਹੁੰਦਾ ਹੈ ਤੇ ਔਰਤ ਦੀ ਹੋਣੀ ਅੰਤ 'ਚ ਮਰਦ ਹੋ ਜਾਣਾ ਹੁੰਦੀ ਹੈ। ਇਸ 'ਚ ਸੱਚਾਈ ਜਾਪਦੀ ਹੈ, ਕਿਉਂਕਿ ਔਰਤ ਹੀ ਮਰਦ ਦੇ ਸਾਥ ਲਈ ਤੰਗਦੀ ਹੈ, ਇਸ ਲਈ ਉਹਨੂੰ ਮਰਦ ਹੋਣਾ ਹੀ ਪੈਂਦਾ ਹੈ। ਮਾਣਕ ਲਾਲ ਨੇ ਜਵਾਬ ਦਿੱਤਾ। ਲਾੜੀ ਨੇ ਕਿਹਾ, ਮੈਨੂੰ ਉਂਘਲਾਹਟ ਆ ਰਹੀ ਹੈ, ਮੈਨੂੰ ਹੁਣ ਸੌਣ ਦਿਓ। ਮਾਣਕ ਲਾਲ, ਪਰ ਤੇਰੇ ਸੌਣ ਲਈ ਤਾਂ ਸਾਰਾ ਦਿਨ ਹੈ, ਮੈਨੂੰ ਤਾਂ ਸਿਰਫ ਰਾਤਾਂ ਹੀ ਮਿਲਦੀਆਂ ਨੇ। ਲਾੜੀ, ਪਰ ਤੁਹਾਡੀ ਮਾਂ ਨੇ ਕਈ ਥਕਾ ਦੇਣ ਵਾਲੀਆਂ ਰਸਮਾਂ ਕਰਨੀਆਂ ਹੁੰਦੀਆਂ ਨੇ, ਉਹ ਮੈਨੂੰ ਸਾਰਾ ਦਿਨ ਮੰਜੇ ਤੇ ਸਿੱਧੀ ਨਹੀਂ ਹੋਣ ਦਿੰਦੀ। ਲੋਕ ਘਰ ਆਉਂਦੇ ਹੀ ਰਹਿੰਦੇ ਨੇ, ਹਰ ਵਾਰੀ ਪੜਦਾ, ਕਦੇ ਅੱਧਾ ਕਦੇ ਪੂਰਾ, ਕਦੇ ਉੱਠੋ ਕਦੇ ਬੈਠੋ। ਤੁਹਾਡੀਆਂ ਕਈ ਰਿਸ਼ਤੇਦਾਰਾਂ ਨੂੰ ਮੱਥਾ ਟੇਕਣਾ ਹੁੰਦਾ ਹੈ, ਕਈਆਂ ਨੂੰ ਘੁੰਡ ਕੱਢ ਕੇ ਮਿਲਣਾ ਹੁੰਦਾ ਹੈ। ਇਹ ਸਭ ਦੇਖ ਦਿਖਾਲੇ ਤੋਂ ਮੈਂ ਤੰਗ ਆ ਜਾਂਦੀ ਹਾਂ। ਮਾਣਕ ਲਾਲ ਕਹਿੰਦਾ, ਮੇਰੀ ਮਾਂ ਤਾਂ ਤੇਰੇ ਨਾਲੋਂ ਬੜੀ ਮਿੱਠੀ ਏ। ਲਾੜੀ, ਪਰ ਮੇਰੀ ਮਾਂ ਜਿੰਨੀ ਨਹੀਂ। ਉਹਦੇ ਲਈ ਮੈਂ ਹੀ ਸਭ ਕੁਝ ਨਹੀਂ ਆ। ਉਹਦੇ ਘਰ 'ਚ ਨਵਾਂ ਜੀ ਆਉਣ ਦੀ ਖੁਸ਼ੀ ਉਹਨੂੰ ਜ਼ਰੂਰ ਹੈ। ਉਹਦੀ ਮੇਰੇ 'ਚ ਇੰਨੀ ਰੁਚੀ ਹੈ ਜਿੰਨੀ ਇੱਕ ਸਯਾਦ ਦੀ ਇੱਕ ਪਿੰਜਰੇ ਪਏ ਪੰਛੀ 'ਚ ਹੁੰਦੀ ਹੈ। ਮਾਣਕ ਲਾਲ, ਪਰ ਮੇਰੇ ਬਾਰੇ ਕੀ ਖਿਆਲ ਹੈ? ਲਾੜੀ ਕਹਿਣ ਲੱਗੀ, ਤੁਸੀਂ ਇਹ ਕਹਿੰਦਿਆਂ ਹੋਇਆਂ ਉਸ ਆਪਣਾ ਸਿਰ ਉਹਦੀ ਛਾਤੀ ਤੇ ਟਿਕਾਤਾ ਤੇ ਰੋ ਪਈ। ਮਾਣਕ ਲਾਲ ਨੇ ਪੁੱਛਿਆ, ਕੀ ਗੱਲ ਹੋਈ? ਲਾੜੀ ਕਹਿਣ ਲੱਗੀ, ਜੀਵਨ ਇੱਕ ਡੂੰਘਾ ਸਮੁੰਦਰ ਹੈ। ਮੈਂ ਆਪਣੇ ਪੇਕੇ ਘਰ ਵਿੱਚ ਤਾਂ ਇਹਦੇ ਕੰਢੇ ਤੇ ਬੈਠੀ ਗੀਟੇ ਖੇਡਦੀ ਰਹੀ ਹਾਂ। ਅਚਾਨਕ ਹੀ ਸਮੁੰਦਰ 'ਚ ਸੁੱਟ ਦਿੱਤਾ ਗਿਆ। ਮੈਨੂੰ ਤਰਨਾ ਨਹੀਂ ਆਉਂਦਾ। ਇਹ ਸਮੁੰਦਰ ਤਰਿਆ ਨਹੀਂ ਜਾਣਾ। ਮੈਨੂੰ ਤੁਸੀਂ ਮਿਲ ਗਏ ਹੋ। ਤੁਸੀਂ ਮੇਰੀ ਕਿਸ਼ਤੀ ਤੇ ਤੁਸੀਂ ਖਵਈਆ ਹੋ। ਜਦੋਂ ਮੈਂ ਆਪਣੀ ਹਿੱਕ ਤੋਂ ਆਪਣਾ ਸਿਰ ਰੱਖ ਕੇ ਰੋਂਦੀ ਹਾਂ ਤਾਂ ਮੈਨੂੰ ਦੂਸਰੇ ਕਿਨਾਰੇ ਪੁੱਜਣ ਦੀ ਆਸ ਬੱਝਦੀ ਹੈ। ਜਦੋਂ ਕੋਈ ਮਲਾਹ ਆਪਣੇ ਕਿਸੇ ਸਾਥੀ ਮਲਾਹ ਨੂੰ ਡੂੰਘੇ ਪਾਣੀਆਂ 'ਚ ਗੋਤੇ ਖਾਂਦਿਆਂ ਦੇਖਦਾ ਹੈ ਤਾਂ ਉਹਦਾ ਨਾਂ ਤੇ ਧਰਮ ਨਹੀਂ ਪੁੱਛਦਾ ਤੇ ਨਾ ਹੀ ਉਹ ਇਹ ਦੇਖਦਾ ਹੈ ਕਿ ਉਹ ਸੋਹਣਾ ਹੈ ਜਾਂ ਬਦਸੂਰਤ। ਉਹਨੂੰ ਤਾਂ ਸਿਰਫ ਇਹ ਪਤਾ ਹੁੰਦਾ ਹੈ ਕਿ ਜੇ ਉਹਨੂੰ ਨਾ ਬਚਾਇਆ ਤਾਂ ਇੱਕ ਜਾਨ ਜਾਂਦੀ ਰਹੇਗੀ। ਤੁਸੀਂ ਇੱਕ ਮਲਾਹ ਹੋ ਤੇ ਮੈਂ ਇੱਕ ਭਰਮ ਦੇ ਡੂੰਘੇ ਸਮੁੰਦਰ ਦੀਆਂ ਲਹਿਰਾਂ 'ਚ ਘਿਰੀ ਹੋਈ ਔਰਤ ਹਾਂ। ਇਹ ਦੁਨੀਆ ਬਹੁਤ ਜ਼ਾਲਮ ਹੈ। ਇਹ ਚਾਰ ਚੁਫੇਰੇ ਫੈਲੇ ਗਹਿਰੇ ਤੇ ਵਿਰਾਟ ਸਮੁੰਦਰ ਤੋਂ ਕਿਸੇ ਚੰਗੀ ਭਾਵਨਾ ਦੀ ਆਸ ਨਹੀਂ। ਸਿਰਫ ਤੁਹਾਡੇ 'ਚ ਛੁਪੀ ਹੋਈ ਸ਼ਕਤੀ ਹੀ ਇੱਕ ਮਲਾਹ ਬਣ ਕੇ ਇੱਕ ਭਾਵ ਸਾਗਰ ਤੋਂ ਪਾਰ ਉਤਾਰਾ ਕਰਵਾ ਸਕਦੀ ਹੈ। ਜੇ ਮੈਂ ਬਦਸ਼ਕਲ ਹਾਂ ਤਾਂ ਤੁਹਾਡੇ ਰੱਖਣ ਦੀ ਹਾਂ, ਜੇ ਮੈਂ ਸੋਹਣੀ ਹਾਂ ਤਾਂ ਵੀ ਤੁਹਾਡੇ ਰੱਖਣ ਦੀ ਹਾਂ। ਰਖਵਾਲਾ ਸਵਾਲ ਨਹੀਂ ਪੁੱਛਦਾ, ਉਹਨੂੰ ਰੱਖਿਆ ਕਰਨਾ ਹੀ ਚੰਗਾ ਲੱਗਦਾ ਹੈ, ਕਿਉਂਕਿ ਉਸ ਕੋਲ ਕਿਸ਼ਤੀ ਹੈ ਤੇ ਉਹਦੀਆਂ ਬਾਹਾਂ 'ਚ ਇੰਨੀ ਸ਼ਕਤੀ ਹੈ ਕਿ ਉਹਨੂੰ ਪਾਰ ਲਾ ਸਕਦਾ ਹੈ। ਇਹ ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ ਤੇ ਮਾਣਕ ਲਾਲ ਜਿਵੇਂ ਬੁਰੀ ਤਰ੍ਹਾਂ ਕੰਬ ਗਿਆ ਹੋਵੇ। ਆਪਣੀ ਬੀਵੀ ਦੀਆਂ ਗੱਲਾਂ ਸੁਣ ਕੇ ਉਹਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਇੱਕ ਔਰਤ ਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਕਿੰਨੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਿਵੇਂ ਕਿਸੇ ਆਤਮਾ ਨੂੰ ਨਿਰੰਤਰ ਮਿਹਨਤ ਤੇ ਸਦਭਾਵਨਾ ਨਾਲ ਬਚਾਉਣਾ ਹੋਵੇ। ਜਦੋਂ ਅਜੇ ਉਹ ਉਹਨਾਂ ਗੱਲਾਂ ਬਾਰੇ ਵਿਚਾਰ ਕਰ ਹੀ ਰਿਹਾ ਸੀ ਤਾਂ ਉਹਦੀ ਲਾੜੀ ਉਹਦੀਆਂ ਬਾਹਾਂ 'ਤੇ ਸਿਰ ਰੱਖੀ ਘੂਕ ਸੁੱਤੀ ਪਈ ਸੀ। ਉਹਨੇ ਉਹਦੀਆਂ ਪੱਟੀਆਂ ਨੂੰ ਛੂਹਿਆ ਤੇ ਵਾਲਾਂ ਦੇ ਚੀਰ ਤੇ ਉਹਦੇ ਮੱਥੇ 'ਤੇ ਮਲਕੜੇ ਜਿਹੇ ਇੱਕ ਚੁੰਮਣ ਧਰ ਦਿੱਤਾ। ਉਹਦੇ ਬੁੱਲ ਉਹਦੀਆਂ ਸੁਗੰਧਤ ਮੀਡੀਆਂ ਵਿੱਚ ਬਾਰ-ਬਾਰ ਧੱਸਦੇ ਰਹੇ। ਪੋਲੇ-ਪੋਲੇ ਛੁਪਲੇ ਜਿਹੇ। ਉਹ ਬਹੁਤ ਥੱਕੀ ਹੋਈ ਸੀ। ਮਾਣਕ ਲਾਲ ਉਹਦਾ ਚਿਹਰਾ ਤੇ ਉਹਦੀ ਮਾਸੂਮਤਾ ਨਿਹਾਰਦਾ ਰਿਹਾ। ਉਸ ਆਪਣੇ ਆਪ ਨੂੰ ਇੱਕ ਡੂੰਘੇ ਵਿਸ਼ਵਾਸ 'ਚ ਉਹਦੀ ਝੋਲੀ 'ਚ ਸੁੱਟ ਦਿੱਤਾ ਸੀ। ਉਸ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹਨੂੰ ਇਸ ਅਥਾਹ ਵਿਸ਼ਵਾਸ ਦਾ ਪਾਤਰ ਹੋਣ ਦੀ ਯੋਗਤਾ ਬਖਸ਼ੇ। ਜਦੋਂ ਮੁੰਦੀ ਅੱਖੀਂ ਇਹ ਸਭ ਕੁਝ ਸੋਚ ਰਿਹਾ ਸੀ ਤਾਂ ਮਿੱਟੀ ਦਾ ਦੀਵਾ ਵੀ ਆਖਰੀ ਸਾਹਾਂ 'ਤੇ ਸੀ। ਤੇਲ ਮੁੱਕ ਚੁੱਕਾ ਸੀ ਤੇ ਕਪਾਹ ਦੀ ਬੱਤੀ ਸੜ ਚੁੱਕੀ ਸੀ। ਇਸ ਮੱਧਮ ਚਾਨਣ ਵਿੱਚ ਉਹਦੀਆਂ ਅੱਖਾਂ ਵੀ ਮਿਟ ਗਈਆਂ। ਮਾਣਕ ਲਾਲ ਨਹੀਂ ਸੀ ਜਾਣਦਾ, ਪਰ ਉਹ ਘੂਕ ਸੁੱਤਾ ਪਿਆ ਸੀ। ਅੰਗ
ਚੌਥਾ, ਫਾਤਿਮਾ ਦੀ ਹਾਲਤ ਤਾਂ ਦੇਵਤਿਆਂ ਦੇ ਤਰਸਯੋਗ ਸੀ। ਕੋਈ ਨਹੀਂ ਕਹਿ ਸਕਦਾ ਕਿ ਉਸ ਮਾਣਕ ਲਾਲ ਦੇ ਚਿਹਰੇ ਵਿੱਚ ਕੀ ਦੇਖਿਆ ਸੀ, ਪਰ ਉਸ ਸਮੇਂ ਤੋਂ ਲੈ ਕੇ ਉਹ ਸੌਂ ਨਹੀਂ ਸੀ ਸਕੀ। ਉਹ ਬਿਨਾਂ ਨਾਗਾ ਸੱਜ ਵਿਆਹੀ ਲਈ ਫੁੱਲ ਲੈ ਕੇ ਆਉਂਦੀ, ਆਪਣੇ ਹੱਥੀਂ ਉਹਦੇ ਕੰਨਾਂ, ਵੀਣੀਆਂ ਤੇ ਗਲ 'ਚ ਸਜਾਉਂਦੀ। ਰਵੀਨਾ ਦੇਵੀ ਕੁਝ ਪੈਸੇ ਦੇਣ ਲੱਗਦੀ ਤਾਂ ਕਹਿੰਦੀ, ਮਾਂ, ਅਮੀਰਾਂ ਨੂੰ ਸਾਡੇ ਵਰਗਿਆਂ ਦੀ ਹੱਦ ਤੱਕ ਕਰਨਾ ਸ਼ੋਭਾ ਨਹੀਂ ਦਿੰਦਾ। ਮੈਂ ਤੁਹਾਡੇ ਬੇਟੇ ਦੀ ਪਤਨੀ ਨੂੰ ਪਿਆਰ ਕਰਦੀ ਹਾਂ ਕਿ ਮੈਨੂੰ ਉਹਨੂੰ ਇਹਨਾਂ ਨਿਗੂਣੇ ਫੁੱਲਾਂ ਨਾਲ ਵੀ ਸ਼ਿਕਾਰਨ ਦਾ ਮਾਣ ਨਹੀਂ ਮਿਲ ਸਕਦਾ। ਮੇਰੇ ਬਾਪੂ ਦੀਆਂ ਕਈ ਵਾੜੀਆਂ ਹਨ, ਉਸ ਮੈਨੂੰ 10 ਬੂਟੇ ਮੇਰੀ ਖੁਸ਼ੀ ਲਈ ਦੇ ਦਿੱਤੇ ਹਨ। ਜੋ ਕੁਝ ਉਸ ਕੋਲ ਹੈ ਉਸ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਹੈ। ਮੈਨੂੰ ਇਹ 10 ਬੂਟੇ ਹੀ ਜੀਵਨ ਦੀ ਖੁਸ਼ੀ ਤੇ ਤ੍ਰਿਪਤੀ ਪ੍ਰਦਾਨ ਕਰਦੇ ਹਨ। ਮੈਂ ਆਪਣੀ ਖੁਸ਼ੀ ਤੁਹਾਡੀ ਬਹੂ ਨਾਲ ਸਾਂਝੀ ਕਰਨ ਆਈ ਸੀ। ਤੁਸੀਂ ਸਦਾ ਮੈਨੂੰ ਤਿਰਸਕਾਰਦੇ ਹੋ। ਤੁਸੀਂ ਖੱਤਰੀ ਬੜੇ ਕਰਾੜ ਹੁੰਦੇ ਹੋ। ਜੇ ਤੁਸੀਂ ਫਿਰ ਇਸ ਤਰ੍ਹਾਂ ਕੀਤਾ ਤਾਂ ਮੈਂ ਤੁਹਾਡੇ ਘਰ ਕਦੇ ਨਹੀਂ ਆਉਣਾ। ਉਹ ਰੋਣ ਲੱਗ ਪਈ। ਰਵੀਨਾ ਦੇਵੀ ਪੰਘਰ ਗਈ। ਫਾਤਿਮਾ, ਮੇਰੀ ਬੇਟੀ, ਮੇਰੀ ਪੁੱਤਰੀ, ਤੂੰ ਹਮੇਸ਼ਾ ਫੁੱਲਾਂ ਦੀਆਂ ਭਰੀਆਂ ਟੋਕਰੀਆਂ ਲੈ ਕੇ ਆਉਂਦੀ ਹੈ, ਪਰ ਤੇਰੀਆਂ ਅੱਖਾਂ ਦੀਆਂ 2 ਟੋਕਰੀਆਂ ਅੱਜ ਅਥਰੂਆਂ ਨਾਲ ਕਿਉਂ ਭਰੀਆਂ ਹੋਈਆਂ ਨੇ? ਤੂੰ ਮੈਨੂੰ ਅੱਜ ਦੀ ਤਰ੍ਹਾਂ ਦਾ ਕਦੇ ਵੀ ਨਹੀਂ ਸੀ ਦੁਖਾਇਆ। ਫਾਤਿਮਾ, ਮੇਰਾ ਮਤਲਬ ਤੇਰੀਆਂ ਭਾਵਨਾਵਾਂ ਨੂੰ ਠੇਸ ਲਵਾਉਣਾ ਨਹੀਂ ਸੀ। ਉਸ ਆਪਣੇ ਮਾਨਚੈਸਟਰ ਦੇ ਮਲਮਲ ਦੇ ਦੁਪੱਟੇ ਨਾਲ ਉਹਦੇ ਅਥਰੂ ਪੂੰਝ ਸੁੱਟੇ। ਰਾਖੀ ਨੇ ਚੰਬੇਲੀ ਦੇ ਫੁੱਲਾਂ ਦਾ ਹਾਰ ਫਾਤਿਮਾ ਦੇ ਪਿਆਰ ਨਾਲ ਲਰਜ਼ ਦੇ ਹੱਥਾਂ 'ਚੋਂ ਲੈ ਕੇ ਮਾਣਕ ਲਾਲ ਲਈ ਰੱਖ ਲਿਆ, ਜਿਹਨੂੰ ਉਸ ਰਾਤ ਪਈ ਤੋਂ ਹੀ ਮਿਲਣਾ ਸੀ। ਉਹਨੇ ਹਾਰ ਨੂੰ ਜ਼ਰਾ ਗਿੱਲਾ ਕਰ ਲਿਆ ਤੇ ਦਿਨ 'ਚ 1-2 ਵਾਰੀ ਫਿਰ ਪਾਣੀ ਤਰੌਂਕਿਆ। ਮਾਣਕ ਲਾਲ ਉਸ ਦਿਨ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦੀਆਂ ਸਿਫਾਰਸ਼ੀ ਚਿੱਠੀਆਂ ਲੈ ਕੇ ਵੱਖ-ਵੱਖ ਦਫ਼ਤਰਾਂ 'ਚ ਘੁੰਮਦਾ ਰਿਹਾ ਸੀ, ਪਰ ਕੋਈ ਕਾਮਯਾਬੀ ਨਹੀਂ ਸੀ ਮਿਲੀ। ਹਰ ਥਾਂ ਕੋਈ ਜਗ੍ਹਾ ਖਾਲੀ ਨਹੀਂ ਦੇ ਬੋਰਡ ਲੱਗੇ ਹੋਏ ਸਨ ਤੇ ਲਾਲ ਵਰਦੀਆਂ ਵਾਲੇ ਸੇਵਾਦਾਰ ਉਹਦਾ ਕਾਰਡ ਹੀ ਦਫ਼ਤਰਾਂ ਦੇ ਇੰਚਾਰਜ ਅਫਸਰਾਂ ਨੂੰ ਨਹੀਂ ਸੀ ਦਿੰਦੇ। ਉਹ ਸਾਈਨ ਬੋਰਡ ਵਾਲੇ ਇਸ਼ਾਰਾ ਕਰਕੇ ਹੀ ਉਹਨੂੰ ਮਗਰੋਂ ਲਾ ਦਿੰਦੇ। ਕਾਲਜ ਦੇ ਸਵੈਮਾਨ ਖੇੜੇ ਤੇ ਬੇਪਰਵਾਹੀ ਦੇ ਜੀਵਨ ਤੋਂ ਮਗਰੋਂ ਇਸ ਤਰ੍ਹਾਂ ਸਾਰਾ ਦਿਨ ਦਫ਼ਤਰਾਂ ਦੀ ਖਾਕ ਛਾਣਦਾ ਤੇ ਟਕੇ-ਟਕੇ ਦੇ ਆਦਮੀਆਂ ਤੋਂ ਬੇਇੱਜ਼ਤੀ ਕਰਵਾਉਂਦਾ ਬਿਲਕੁਲ ਟੁੱਟ ਚੁੱਕਾ ਸੀ। ਉਸ ਦਿਨ ਉਹ ਘਰ ਪੁੱਜਾ ਤਾਂ ਬਿਲਕੁਲ ਬੁਝਿਆ ਪਿਆ ਸੀ। ਉਸ ਖਾਣਾ ਖਾਧਾ, ਆਪਣੀ ਮਾਂ ਨੂੰ ਆਪਣੇ ਸਿਰ ਦਰਦ ਤੇ ਥਕਾਵਟ ਬਾਰੇ ਕਹਿ ਕੇ ਸੌਣ ਕਮਰੇ 'ਚ ਚਲਾ ਗਿਆ। ਉਹ ਬਿਸਤਰੇ ਤੇ ਜਾ ਡਿੱਗਾ ਤੇ ਆਪਣੀ ਪਤਨੀ ਦੀ ਉਤਸੁਕਤਾ ਨਾਲ ਉਡੀਕ ਕਰਨ ਲੱਗਾ, ਜੋ ਕੁਝ ਹੀ ਦਿਨਾਂ 'ਚ ਉਹਦੇ ਮਾਂ-ਪਿਓ ਨਾਲੋਂ ਵੀ ਵੱਧ ਨੇੜੇ ਹੋ ਗਈ ਸੀ। ਪਰ ਉਹ ਨਾ ਆਈ, ਨਾ ਹੀ ਉਹ ਬੁਲਾ ਸਕਿਆ। ਇਹ ਬੜੀ ਸ਼ਰਮ ਵਾਲੀ ਗੱਲ ਹੋਣੀ ਸੀ। ਇਸੇ ਉਡੀਕ 'ਚ ਉਹ ਸੌਂ ਗਿਆ। ਕੈਲਾਸ਼ ਰਾਮ ਨੇ ਦੁਕਾਨ ਤੋਂ ਆਉਣ ਤੇ ਆਪਣੀ ਬਹੂ ਨੂੰ ਮਠਿਆਈ ਦਿੱਤੀ ਤਾਂ ਕਿਤੇ ਜਾ ਕੇ ਰਾਖੀ ਆਪਣੇ ਕਮਰੇ 'ਚ ਆਈ। ਕੈਲਾਸ਼ ਰਾਮ ਜਿਹੜਾ 1/2 ਕਿਲੋ ਕੁੱਦੂ ਹਰ ਰੋਜ਼ ਸਵੇਰੇ ਲਿਆਉਂਦਾ ਸੀ, ਉਹ ਹੁਣ ਬਹੂ ਨੂੰ ਮਿਲਦਾ ਸੀ। ਘਰ ਲਈ ਪਾਣੀ ਵੀ ਪਹਿਲਾਂ ਦੀ ਤਰ੍ਹਾਂ ਉਹੀ ਲਿਆਉਂਦਾ। ਉਹਦੀ ਪਤਨੀ ਭਾਂਡੇ ਮਾਂਜਦੀ, ਕੱਪੜੇ ਧੋਂਦੀ, ਘਰ ਦੀ ਸਫਾਈ ਕਰਦੀ। ਕਿਉਂਕਿ ਬਹੂ ਨਵੀਂ ਆਈ ਸੀ, ਉਹਨੂੰ ਅਜੇ ਕੰਮ ਨੂੰ ਨਹੀਂ ਸੀ ਲਾਇਆ ਗਿਆ। ਉਹਨੇ ਕੰਮ 'ਚ ਹਿੱਲਣ ਵਿੱਚ ਤਾਂ ਅਜੇ ਕਈ ਵਰ੍ਹੇ ਲੱਗ ਜਾਣੇ ਸਨ। ਮਾਣਕ ਲਾਲ ਦੀ ਮਾਂ ਬੜੀ ਨਰਮ ਸੁਭਾਅ ਦੀ ਤੇ ਪਿਆਰ ਕਰਨ ਵਾਲੀ ਸੱਸ ਸੀ। ਰਾਖੀ ਅੰਦਰ ਗਈ। ਮਾਣਕ ਲਾਲ ਸੁੱਤਾ ਪਿਆ ਸੀ। ਅੱਜ ਉਹਨੂੰ ਨਿਹਾਰਨ ਦੀ ਰਾਖੀ ਦੀ ਵਾਰੀ ਸੀ। ਉਹ ਮੰਜੇ ਕੋਲ ਪਏ ਸਟੂਲ ਤੇ ਬੈਠ ਸੋਚਾਂ 'ਚ ਡੁੱਬ ਗਈ। ਉਹਦਾ ਚਿਹਰਾ ਉਸ ਮੁਸਾਫਰ ਵਰਗਾ ਸੀ ਜੋ ਥੱਕ ਟੁੱਟ ਕੇ ਕਿਸੇ ਦਰਖਤ ਹੇਠ ਸੁੱਤਾ ਪਿਆ ਹੋਵੇ। ਉਹਨੂੰ ਤਾਜ਼ਾ ਦਮ ਕਰਨ ਲਈ ਨੀਂਦ ਨੇ ਆਪਣੀ ਬੁੱਕਲ 'ਚ ਲੈ ਲਿਆ ਹੋਵੇ। ਉਸ ਰਾਹ ਦਾ ਰਾਹੀ ਜੋ ਕਿਤੇ ਵੀ ਨਹੀਂ ਪੁੱਜਦਾ, ਉਹਦੇ ਚਿਹਰੇ ਵੱਲ ਨੀਝ ਨਾਲ ਵੇਖਦੀ ਹੋਈ ਸੋਚਾਂ 'ਚ ਗਲਤਾਨ ਸੀ। ਉਹ ਹੈਰਾਨ ਸੀ ਕਿ ਲੋਕ ਇਸ ਦੁਨੀਆ ਨੂੰ ਸਿਰ ਪਟਕਣ ਵਾਲੀ ਚੱਟਾਨ ਕਿਉਂ ਸਮਝਦੇ ਹਨ। ਜਿਵੇਂ ਪਿਆਰ ਦਾ ਦੇਵਤਾ ਸੁੱਤਾ ਹੋਵੇ, ਉਹਨੂੰ ਇੰਝ ਜਾਪਦਾ। ਮਿੱਟੀ ਦੇ ਦੀਵੇ ਦੀ ਮੱਧਮ ਲੋ ਉਹਦੇ ਵਾਲਾਂ ਤੇ ਚਿਹਰੇ ਤੇ ਪੈ ਰਹੀ ਸੀ। ਇਹ ਦੀਵਾ ਜਿਵੇਂ ਉਹਦੇ ਕਮਰੇ ਦਾ ਸਾਥੀ ਸੀ। ਉਹਨੂੰ ਲੱਗਾ ਜਿਵੇਂ ਉਹ ਕਿਸੇ ਸੁਪਨ ਦੇਸ਼ 'ਚ ਹੋਵੇ ਤੇ ਪ੍ਰਾਚੀਨ ਭਾਰਤ ਦੀ ਕਿਸੇ ਕਹਾਣੀ ਦਾ ਨਜ਼ਾਰਾ ਹੋਵੇ। ਅਚਾਨਕ ਹੀ ਉਹਨੂੰ ਲੱਗਾ ਕਮਰਾ ਦਰਖਤਾਂ ਨਾਲ ਭਰ ਗਿਆ ਹੈ। ਉਹ ਜੰਗਲ 'ਚ ਬੈਠੀ ਹੈ। ਇਸ ਨਜ਼ਾਰੇ ਨਾਲ ਉਹ ਕੀਲੀ ਗਈ। ਉਹਦੀ ਆਤਮਾ ਪਿਆਰ ਦੀਆਂ ਮਹਾਨ ਯਾਦਾਂ 'ਚ ਗੁੜੂੰਦ ਹੋ ਗਈ। ਉਹਨੂੰ ਲੱਗਾ ਜਿਵੇਂ ਉਹ ਸਵਿਤਰੀ ਹੋਵੇ ਤੇ ਆਪਣੇ ਸੱਤਿਆਵਾਨ ਨੂੰ ਵੇਖ ਰਹੀ ਹੋਵੇ। ਦੀਵੇ ਦੀ ਰੌਸ਼ਨੀ ਉਹਨੂੰ ਮੌਤ ਦੀ ਦੂਤ ਜਾਪੀ। ਜਦੋਂ ਉਹਦੇ ਚਿਹਰੇ ਨੂੰ ਨਿਹਾਰਨ ਤੇ ਇੱਕ ਵਾਰੀ ਫਿਰ ਸੱਤਿਆਵਾਨ ਨੂੰ ਮੌਤ ਦੇ ਦੈਨ ਤੋਂ ਬਚਾਉਣ ਦੇ ਵਿਚਾਰ 'ਚ ਉਲਝੀ ਪਈ ਸੀ ਤਾਂ ਉਹਦੀ ਚੀਕ ਨਿਕਲ ਗਈ, ਮੇਰਾ ਸੱਤਿਆਵਾਨ ਮੈਨੂੰ ਮੋੜ ਦੇ।
ਮਾਣਿਕ ਲਾਲ ਉੱਠ ਬੈਠਾ। ਉਸ ਆਪਣੀ ਪਤਨੀ ਨੂੰ ਮੰਜੇ ਕੋਲ ਬੈਠੀ ਰੋਂਦਿਆਂ ਵੇਖਿਆ। ਉਹਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਸੀ। ਉਹ ਸੋਚਿਆ ਕਿ ਉਹ ਕਿਸੇ ਭੈੜੇ ਸੁਪਨੇ 'ਚ ਬੁੜਬੁੜਾ ਰਹੀ ਸੀ। ਉਹਨੇ ਪਿਆਰ ਨਾਲ ਝੰਜੋੜਦਿਆਂ ਹੌਲੀ ਜੀ ਕਿਹਾ, ਰਾਖੀ ਰਾਖੀ ਜਾਗ, ਕੀ ਗੱਲ ਏ? ਦੂਜੇ ਕਮਰੇ 'ਚੋਂ ਆਵਾਜ਼ ਆਈ, ਲਾਲ ਕੀ ਗੱਲ ਏ? ਕੀ ਰਾਖੀ ਠੀਕ ਨਹੀਂ? ਇਹ ਉਹਦੀ ਮਾਂ ਦੀ ਆਵਾਜ਼ ਸੀ। ਉਸ ਉੱਤਰ ਦਿੱਤਾ, ਮਾਂ ਫਿਕਰ ਨਾ ਕਰੋ, ਠੀਕ ਏ, ਸਿਰਫ ਸੁਪਨੇ 'ਚ ਬੁੜਬੁੜਾ ਰਹੀ ਏ। ਲਾਲ ਤੂੰ ਇਹਦਾ ਖਿਆਲ ਰੱਖਿਆ ਕਰ, ਮਾਂ ਨੇ ਕਿਹਾ। ਰਾਖੀ ਉੱਠੀ, ਮੂੰਹ ਧੋ ਕੇ ਪੂੰਝਿਆ। ਉਸ ਮਾਣਕ ਲਾਲ ਦੇ ਦੋਵੇਂ ਹੱਥ ਫੜ ਕੇ ਆਪਣੀ ਹਿੱਕ ਨਾਲ ਘੁੱਟ ਲਏ, ਜਿਵੇਂ ਉਹਨੂੰ ਆਪਣੇ ਲਈ ਮਹਿਫੂਜ਼ ਕਰਨ ਦਾ ਯਤਨ ਕਰ ਰਹੀ ਹੋਵੇ। ਮਾਣਕ ਲਾਲ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਕੰਬੇ ਤੇ ਠੰਡ ਨਾਲ ਉਹਦੇ ਹੱਥ ਪੈਰ ਸੌਂ ਗਏ ਹੋਣ। ਉਹਨੇ ਉੱਤੇ ਗਰਮ ਰਜਾਈ ਦਿੱਤੀ ਤੇ ਉਹਨੂੰ ਗਰਮਾਉਣ ਲਈ ਆਪਣੇ ਹੱਥਾਂ ਨਾਲ ਸਾਰੇ ਸਰੀਰ ਨੂੰ ਘੁੱਟਿਆ। ਮਾਣਕ ਲਾਲ ਨੇ ਪੁੱਛਿਆ, ਰਾਖੀ ਤੈਨੂੰ ਸੁਪਨਾ ਆਇਆ ਸੀ? ਨਹੀਂ ਲਾਲ ਜੀ, ਮੈਨੂੰ ਪੁਰਾਤਨ ਭਾਰਤ ਦੀ ਝਲਕ ਦਿਸੀ ਸੀ। ਮੈਂ ਸਵਿਤਰੀ ਤੇ ਸਤਿਆਵਾਨ ਦੇਖੇ ਸਨ। ਪਰ ਇਸ ਸੁਪਨ ਦ੍ਰਿਸ਼ ਦਾ ਮਤਲਬ ਕੀ ਨਿਕਲਿਆ? ਮੈਨੂੰ ਨਹੀਂ ਪਤਾ। ਇਹ ਸਿਰਫ ਇਹ ਦਰਸਾਉਂਦਾ ਹੈ ਕਿ ਅਸੀਂ ਵਰਤਮਾਨ ਵਿੱਚ ਭੂਤਕਾਲ ਨੂੰ ਭੁਲਾਉਣ ਦਾ ਜਿੰਨਾ ਮਰਜ਼ੀ ਯਤਨ ਕਰੀਏ, ਫਿਰ ਵੀ ਉਹਦੀ ਸੁਹਾਵਣੀ ਯਾਦ ਸਾਡੇ ਸਦਾ ਮਨ ਤੇ ਛਾਈ ਰਹਿੰਦੀ ਹੈ ਤੇ ਅਸੀਂ ਆਪਣੇ ਭੂਤਕਾਲ ਦੀ ਹੀ ਪ੍ਰਤਿਮਾ ਹਾਂ। ਮਾਣਿਕ ਲਾਲ ਨੇ ਕਿਹਾ, ਰਾਖੀ ਅੱਜ ਮੈਨੂੰ ਬਹੁਤ ਦੁੱਖ ਹੋਇਆ ਹੈ। ਸਕੂਲਾਂ ਤੇ ਕਾਲਜਾਂ 'ਚ ਸਾਨੂੰ ਸਵੈ-ਮਾਣ ਤੇ ਆਤਮ ਨਿਰਭਰਤਾ ਦੇ ਸਬਕ ਪੜ੍ਹਾਏ ਜਾਂਦੇ ਹਨ। ਅਸੀਂ ਬਰਕ, ਕਾਰਲਾਈਲ ਤੇ ਐਮਰਸਨ ਦੀਆਂ ਰਚਨਾਵਾਂ ਪੜ੍ਹਦੇ ਹਾਂ, ਪਰ ਜਦੋਂ ਦੁਨੀਆ 'ਚ ਵਿਚਰਦੇ ਹਾਂ ਤਾਂ ਹਰ ਕਦਮ ਤੇ ਤਿਰਸਕਾਰੇ ਜਾਂਦੇ ਹਾਂ। ਅੰਗਰੇਜ਼ ਅਫਸਰਾਂ ਦੇ ਕੌਡੀ-ਕੌਡੀ ਦੇ ਗੁਲਾਮ ਸਾਨੂੰ ਹਕਾਰਤ ਨਾਲ ਦੇਖਦੇ ਨੇ। ਅੰਗਰੇਜ਼ ਅਫਸਰ ਵੀ ਇਹਨਾਂ ਗੱਦੇਦਾਰ ਕੁਰਸੀਆਂ ਤੇ ਬੈਠਦੀਆਂ ਹੀ ਆਪਣੀ ਜੱਦੀ ਤੌਰ ਤਰੀਕੇ ਭੁੱਲ ਜਾਂਦੇ ਹੈ। ਉਹਨਾਂ ਨੂੰ ਜਹਾਜ਼ੋਂ ਉਤਰਦਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਸਾਨੂੰ ਮਨੁੱਖ ਨਾ ਸਮਝਣ। ਜੇ ਅਸੀਂ ਉਹਨਾਂ ਨੂੰ ਮਿਲਣ ਜਾਂਦੇ ਹਾਂ ਤਾਂ ਸਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ। ਇਹ ਲਾਹਨਤ ਹੈ। BA ਪਾਸ ਹੋਣਾ ਕੋਈ ਸ਼ਾਨ ਵਾਲੀ ਗੱਲ ਨਹੀਂ। ਅੰਗਰੇਜ਼ਾਂ ਦੀਆਂ ਸਰਕਾਰੀ ਕੁਰਸੀਆਂ ਦੇ ਨੇੜੇ ਤੇੜੇ ਸੱਭਿਅਕ ਵਾਤਾਵਰਨ ਨਹੀਂ ਹੈ। ਮੇਰੇ ਕੋਲ ਪ੍ਰਿੰਸੀਪਲ ਦੀ ਚਿੱਠੀ ਸੀ, ਪਰ ਚਿੱਠੀ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ। ਅੰਗਰੇਜ਼ ਅਫਸਰ ਸਾਡੀ ਰੱਤੀ ਭਰ ਪਰਵਾਹ ਨਹੀਂ ਕਰਦੇ। ਮੈਂ ਆਤਮ ਹੱਤਿਆ ਕਰਨ ਬਾਰੇ ਸੋਚਿਆ ਸੀ। ਤੈਨੂੰ ਪਤਾ ਹੈ, ਮੇਰਾ ਮਿੱਤਰ ਲਾਲਾ ਧਰਮਰਾਜ ਇਹਨਾਂ ਗੱਲਾਂ ਤੋਂ ਤੰਗ ਆ ਗਿਆ ਸੀ। ਉਹ ਰਾਵੀ 'ਚ ਜਾ ਡੁੱਬਿਆ। ਵਿਚਾਰੇ ਮਾਪੇ ਉਹਦੀ ਜਵਾਨ ਜਹਾਨ ਪਤਨੀ ਵੀ ਏ। ਅੰਗਰੇਜ਼ ਅਫਸਰ ਗ੍ਰੈਜੂਏਟ ਮੁੰਡਿਆਂ ਨੂੰ ਦੁਰਕਾਰ ਕੇ ਮਜ਼ੇ ਲੈਂਦੇ ਹਨ। ਜੇ ਕੋਈ ਅੰਗਰੇਜ਼ ਅਫਸਰ ਬੁਲਾ ਵੀ ਲੈਂਦਾ ਹੈ ਤਾਂ ਸਾਡਾ ਅੱਧਾ ਲਹੂ ਸੁੱਕ ਜਾਂਦਾ ਹੈ। ਸਾਡੀ ਅੰਗਰੇਜ਼ੀ ਵੀ ਤਾਂ ਸਾਡਾ ਸਾਥ ਨਹੀਂ ਦਿੰਦੀ। ਅਸੀਂ ਇੰਨੇ ਡਰ ਜਾਂਦੇ ਹਾਂ ਕਿ ਉਹਨਾਂ ਦੀ ਹਾਜ਼ਰੀ 'ਚ ਸਾਡੇ ਮੂੰਹੋਂ ਅੰਗਰੇਜ਼ੀ ਦਾ ਇੱਕ ਵੀ ਵਾਕ ਨਹੀਂ ਨਿਕਲਦਾ। ਰਾਖੀ ਕਹਿਣ ਲੱਗੀ, ਪਰ ਤੁਸੀਂ ਸਰਕਾਰੀ ਨੌਕਰੀ ਦੀ ਕਿਉਂ ਪਰਵਾਹ ਕਰਦੇ ਹੋ? ਤੁਸੀਂ ਆਪਣੇ ਪਿਤਾ ਜੀ ਦਾ ਕੰਮ ਹੀ ਕਿਉਂ ਨਹੀਂ ਵਧਾਉਂਦੇ ਤੇ ਇੱਕ ਆਜ਼ਾਦ ਆਦਮੀ ਦਾ ਜੀਵਨ ਬਸਰ ਕਰਦੇ? ਰਾਖੀ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਪਿਤਾ ਜੀ ਮੈਨੂੰ BA ਕਰਵਾਉਣ ਲਈ ਪਿਛਲੇ 20 ਸਾਲਾਂ ਤੋਂ ਘਾਲਣਾ ਘਾਲ ਰਹੇ ਨੇ। ਉਹਨਾਂ ਇਹ ਕਦੇ ਨਹੀਂ ਸੀ ਸੋਚਿਆ ਕਿ ਮੈਂ ਉਹਨਾਂ ਦੀ ਤਰ੍ਹਾਂ ਹੀ ਕਣਕ ਤੇ ਮੱਕੀ ਦੇ ਆਟੇ ਦੇ ਕਨਸਤਰਾਂ ਪਿੱਛੇ ਬੈਠਾਂਗਾ। ਉਹਨਾਂ ਤਾਂ ਸੋਚਿਆ ਸੀ ਕਿ ਮੈਨੂੰ ਕੋਈ ਖਾਸੀ ਵੱਡੀ ਕੁਰਸੀ ਮਿਲੇਗੀ ਤੇ ਮੈਂ ਹਰ ਮਹੀਨੇ ਚੰਗੀ ਚੋਖੀ ਤਨਖਾਹ ਲਿਆਵਾਂਗਾ। ਇਹ ਤੋਂ ਇਲਾਵਾ ਇਸ ਬਜ਼ੁਰਗ ਨੂੰ ਮਾਣ ਸੀ ਕਿ ਉਹਦਾ ਬੇਟਾ ਕੁਝ ਬਣ ਗਿਆ ਹੈ। ਹੁਣ ਜੇ ਮੈਨੂੰ ਕੋਈ ਚੰਗੀ ਨੌਕਰੀ ਨਾ ਮਿਲੀ ਤਾਂ ਉਹਦੀ ਖੁਸ਼ੀ ਤੇ ਮਾਣ ਮਿੱਟੀ 'ਚ ਮਿਲ ਜਾਣਗੇ। ਰਾਖੀ ਕਹਿਣ ਲੱਗੀ, ਪਰ ਲਾਲ ਜੀ, ਸਰਕਾਰੀ ਨੌਕਰੀ ਦੀ ਗੁਲਾਮੀ ਲਈ ਆਪਣਾ ਸਵੈ-ਮਾਣ, ਆਪਣੀ ਆਤਮਾ ਗਵਾਉਣ ਦਾ ਕੀ ਲਾਭ? ਗੁਲਾਮੀ ਤਾਂ ਹੋਵੇਗੀ। ਆਪਣੇ ਉੱਪਰਲਿਆਂ ਦੀਆਂ ਝਾੜਾਂ ਸਹੋ ਤੇ ਆਪਣੇ ਅਧੀਨ ਕਰਮਚਾਰੀਆਂ ਤੇ ਗੁੱਸਾ ਕੱਢੋ। ਗੁਲਾਮ ਹੀ ਨਹੀਂ, ਸਰਕਾਰੀ ਮੁਲਾਜ਼ਮ ਤਾਂ ਡਰਪੋਕ ਵੀ ਹੋ ਜਾਂਦੇ ਹੈ। ਅੰਗਰੇਜ਼ ਅਫਸਰਾਂ ਦੇ ਬੰਗਲਿਆਂ ਦੇ ਗੇੜੇ ਕੱਢਣ ਵਿੱਚ ਕੀ ਇੱਜ਼ਤ ਹੈ ਜਦੋਂ ਤੁਹਾਡੇ ਨਾਲ ਕੁੱਤਿਆਂ ਦੀ ਨਿਆਈ ਸਲੂਕ ਕਰਦੇ ਨੇ? ਰਾਖੀ, ਮੈਂ ਸੋਚਦਾ ਹਾਂ ਕਿ ਇੱਕ ਤਰਖਾਣ, ਇੱਕ ਮਿਸਤਰੀ ਤੇ ਇੱਕ ਮਜ਼ਦੂਰ ਹੋਣਾ ਵੀ ਚੰਗਾ ਹੈ, ਜੋ ਦਿਨ 'ਚ ਭਾਵੇਂ ਕੁਝ ਆਨੇ ਹੀ ਕਮਾਉਂਦਾ ਹੈ ਪਰ ਆਜ਼ਾਦ ਤਾਂ ਹੈ। ਪਰ ਅਫਸੋਸ ਹੈ ਕਿ ਸਾਡੇ ਮਾਪਿਆਂ ਦੀਆਂ ਭਾਵਨਾਵਾਂ ਸਾਨੂੰ ਗੁਲਾਮ ਬਣਾ ਦਿੰਦੀਆਂ। ਰਾਖੀ ਕਹਿਣ ਲੱਗੀ, ਹੁਣ ਪਤਾ ਲੱਗਾ, ਜੋ ਮੈਨੂੰ ਸੁਪਨਾ ਆਇਆ ਸੀ ਉਹ ਆਪ ਦੀ ਉਦਾਸੀ ਕਰਕੇ ਹੀ ਸੀ। ਤੁਸੀਂ ਲੱਕੜਹਾਰੇ ਬਣ ਜਾਓ, ਅਸੀਂ ਬਾਲਣ ਵੇਚ ਕੇ ਵੀ ਗੁਜ਼ਾਰਾ ਕਰ ਲਾਂਗੇ। ਰਾਖੀ, ਤੈਨੂੰ ਨਹੀਂ ਪਤਾ ਅੱਜ ਮੈਂ ਕਿੰਨਾ ਉਦਾਸ ਸੀ। ਇਹ ਕਹਿੰਦੇ ਆਫਿਸ ਪਿਆ। ਰਾਖੀ ਨੇ ਉਹਦਾ ਸਿਰ ਆਪਣੀ ਧੜਕਦੀ ਹਿੱਕ ਨਾਲ ਘੁੱਟ ਲਿਆ ਤੇ ਉਹਨੂੰ ਦਿਲਾਸਾ ਦੇਣ ਲੱਗੀ। ਲਾਲ, ਪਰਵਾਹ ਨਾ ਕਰੋ, ਮੈਂ ਜਾਵਾਂਗੀ ਤੇ ਲੱਕੜੀਆਂ ਕੱਟ ਕੇ ਸ਼ਹਿਰ ਲਿਆਵਾਂਗੀ। ਤੁਸੀਂ ਖੁਸ਼ ਰਹੋ, ਇਹ ਮੇਰੇ ਗਹਿਣੇ ਹਨ, ਇਹਨਾਂ ਨੂੰ ਵੇਚ ਦਿਓ, ਕੋਈ ਕੰਮ ਕਰੋ, ਸਰਕਾਰੀ ਨੌਕਰੀ ਨੂੰ ਠੋਕਰ ਮਾਰੋ, ਮਰਦ ਬਣੋ ਤੇ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖੋ। ਰਾਖੀ, ਅਸੀਂ ਸਦੀਆਂ ਤੋਂ ਲਿਤਾੜੇ ਜਾਂਦੇ ਰਹੇ ਹਾਂ। ਸਾਡੇ ਲਈ ਆਜ਼ਾਦ ਆਦਮੀਆਂ ਦੀ ਤਰ੍ਹਾਂ ਵਿਚਰਨਾ ਬਹੁਤ ਔਖਾ ਹੈ।
ਦੇਖੋ ਸਰਕਾਰੀ ਮੁਲਾਜ਼ਮਾਂ ਨੂੰ ਲੋਕ ਕਿਵੇਂ ਅੱਖਾਂ ਤੇ ਚੁੱਕਦੇ ਨੇ, ਪਰ ਉਹ ਸਾਡੇ ਵਰਗਿਆਂ ਨਾਲ ਕੀ ਵਰਤਾਓ ਕਰਦੇ ਨੇ। ਇੱਕ 40 ਰੁਪਏ ਮਹੀਨਾ ਤਨਖਾਹ ਲੈਣ ਵਾਲੇ ਰਿਸ਼ਵਤਖੋਰ ਦੇ ਬਦ ਚੱਲਣ ਸਬ ਇੰਸਪੈਕਟਰ ਨੂੰ ਸਤਕਾਰਿਆ ਜਾਂਦਾ ਹੈ। ਗੁਲਾਮਾਂ ਦਾ ਸਮਾਜ ਹੈ। ਰਾਖੀ ਕਹਿਣ ਲੱਗੀ, ਲਾਲ ਜੀ ਉਹ ਪੁਰਾਣੇ ਖਿਆਲਾਂ ਦੇ ਨੇ ਤਾਂ ਤੁਸੀਂ ਤੇ ਨਵੇਂ ਖਿਆਲਾਂ ਦੇ ਹੋ। ਆਪਣੀ ਆਜ਼ਾਦੀ ਲਈ ਹਰ ਯਤਨ ਕਰੋ, ਗੁਲਾਮਾਂ ਦੀ ਲਾਈਨ 'ਚ ਨਾ ਲੱਗੋ। ਅਸੀਂ ਭੁੱਖ ਨੰਗ ਨਾਲ ਮਰ ਜਾਵਾਂਗੇ ਪਰ ਸਰਕਾਰੀ ਨੌਕਰੀ ਨਹੀਂ ਕਰਾਂਗੇ। ਮੇਰਾ ਵਿਸ਼ਵਾਸ ਪੱਕਾ ਹੋ ਗਿਆ ਰਾਖੀ, ਤੂੰ ਅਨਪੜ੍ਹ ਹੈ ਪਰ ਕਿੰਨਾ ਤਾਣ ਹੈ ਤੇਰੇ ਵਿੱਚ। ਰਾਖੀ ਕਹਿਣ ਲੱਗੀ, ਕਿਉਂ? ਮੇਰੇ 'ਚ ਆਤਮਾ ਨਹੀਂ? ਮੈਨੂੰ ਅਹਿਸਾਸ ਹੈ ਕਿ ਗੁਲਾਮੀ ਕੀ ਹੁੰਦੀ ਹੈ, ਤਿਰਸਕਾਰ ਕੀ ਹੁੰਦਾ ਹੈ। ਜ਼ਿੰਦਗੀ 'ਚ ਖੁੱਲ੍ਹੇ ਮੰਡਲੀ ਉੱਡਣ ਲਈ ਕਿਸ ਸ਼ਕਤੀ ਦੀ ਲੋੜ ਹੈ। ਸੋ ਫੈਸਲਾ ਹੋ ਗਿਆ, ਤੁਸੀਂ ਫਿਕਰ ਨਹੀਂ ਕਰਨਾ। ਮੈਂ ਤੁਹਾਡੇ ਮੋਢੇ ਨਾਲ ਮੋਢਾ ਢਾਹ ਕੇ ਜ਼ਰ ਖਰੀਦ ਦੀ ਤਰ੍ਹਾਂ ਕੰਮ ਕਰਾਂਗੀ। ਤੁਹਾਡੀ ਜੀਵਨ ਸਾਥਣ ਬਣ ਕੇ ਸਦਾ ਤੁਹਾਨੂੰ ਖੁਸ਼ ਰੱਖਾਂਗੀ। ਦੇਖੋ ਤੁਸੀਂ ਸਾਰੀ ਰਾਤ ਵੀ ਦਿਨ ਦੀ ਤਰ੍ਹਾਂ ਫਿਕਰਾਂ 'ਚ ਹੀ ਲੰਘਾ ਛੱਡੀਏ। ਕਾਮਾਂ ਨੂੰ ਆਪਣਾ ਖਾਜਾ ਮਿਲ ਜਾਂਦਾ, ਸਾਨੂੰ ਕਿਉਂ ਨਹੀਂ ਮਿਲੇਗਾ। ਆਓ, ਬੀਤ ਗਏ ਤੇ ਆਉਣ ਵਾਲੇ ਕੱਲ ਨੂੰ ਭੁੱਲ ਜਾਓ। ਹੁਣ ਮੇਰੇ ਕੋਲ ਰਹੋ। ਨਿੱਘਰ ਗਏ ਅੰਗਰੇਜ਼ਾਂ ਦੀ ਗੱਲ ਛੱਡੋ। ਗੁਲਾਮ ਰੱਖਣ ਵਾਲਿਆਂ ਦੇ ਤੌਰ ਤਰੀਕੇ ਅਪਣਾ ਕੇ ਉਹ ਸਾਡੇ ਨਾਲੋਂ ਆਪਣਾ ਨੁਕਸਾਨ ਵੱਧ ਕਰ ਰਹੇ ਹਨ। ਬਿਸਤਰੇ 'ਚ ਉਹਨਾਂ ਬਾਰੇ ਕੀ ਸੋਚਣਾ, ਉਹਨਾਂ ਦਾ ਖਿਆਲ ਹੀ ਇਸ ਪਵਿੱਤਰ ਘੜੀ 'ਚ ਜ਼ਹਿਰ ਘੋਲ ਦਿੰਦਾ ਹੈ। ਮੇਰੇ 'ਚੋਂ ਮੰਗ ਜਾਗ ਪਈਏ, ਮੇਰਾ ਦਿਲ ਮਚਲ ਰਿਹਾ ਹੈ। ਮੇਰੀਆਂ ਬਾਹਾਂ ਤੁਹਾਨੂੰ ਘੁੱਟ ਲੈਣ ਲਈ ਬੇਬਲ ਨੇ। ਮੇਰੇ ਹੋਠ ਮਗ ਰਹੇ ਨੇ, ਤੁਹਾਡੇ ਹੋਠ ਇਹਨਾਂ ਦੀ ਪਿਆਸ ਬੁਝਾਉਣਗੇ। ਮੇਰੀ ਪਿਆਰੀ, ਇਸ ਮੱਧਮ ਰੌਸ਼ਨੀ 'ਚ ਹਨੇਰਾ ਜਿਹਾ ਕਮਰਾ ਵੀ ਤੇਰੀ ਹੋਂਦ 'ਚ ਸਵਰਗ ਲੱਗਦਾ ਹੈ। ਤੇਰੇ ਬੋਲਾਂ ਨੇ ਮੇਰੀ ਰੂਹ ਸ਼ਰਸਾਰ ਕਰ ਦਿੱਤੀ ਹੈ। ਜ਼ਰਾ ਠਹਿਰੋ, ਤੁਹਾਡੇ ਲਈ ਕੋਈ ਚੀਜ਼ ਹੈ ਮੇਰੇ ਕੋਲ। ਇਹ ਕਹਿੰਦੇ ਉਹ ਛੇਤੀ ਨਾਲ ਉੱਠੀ ਤੇ ਮੋਤੀਏ ਦਾ ਹਾਰ ਲਿਆ ਕੇ ਉਹਦੇ ਗਲ 'ਚ ਪਾ ਦਿੱਤਾ। ਉਹ ਖਿੜਖਿੜਾ ਕੇ ਹੱਸ ਪਈ। ਰਾਖੀ, ਤੂੰ ਹੱਸ ਕਿਉਂ ਰਹੀ ਹੈ? ਮੇਰੇ ਲਾਲ ਇਹ ਹਾਰ ਤੁਹਾਡੇ ਲਈ ਮਾਲੀ ਦੀ ਲੰਮਸ ਲੰਮੀ ਤੇ ਸਲੋਨੀ ਜੀ ਕੁੜੀ ਫਾਤਿਮਾ ਨੇ ਬਣਾਇਆ ਹੈ। ਮੈਨੂੰ ਲੱਗਦਾ ਉਹ ਤੁਹਾਨੂੰ ਪਿਆਰ ਕਰਦੀ ਹੈ ਕਿਉਂਕਿ ਮੈਂ ਤੁਹਾਡੀ ਹਾਂ, ਇਸ ਲਈ ਤੁਹਾਡੇ ਨਾਲ ਮੂਕ ਮੁਹੱਬਤ ਕਰਕੇ ਉਹ ਮੈਨੂੰ ਵੀ ਪਿਆਰ ਕਰਦੀ ਹੈ। ਉਹ ਹਰ ਰੋਜ਼ ਆਉਂਦੀ ਹੈ ਤੇ ਫੁੱਲਾਂ ਦੇ ਗਜਰਿਆਂ ਤੇ ਹਾਰਾਂ ਨਾਲ ਮੈਨੂੰ ਸ਼ਿੰਗਾਰਦੀ ਹੈ। ਪਰ ਕਦੇ-ਕਦੇ ਉਹ ਆਪਣੇ ਕੰਬਦੇ ਹੱਥਾਂ ਨਾਲ ਇੱਕ ਮੋਤੀਏ ਦੇ ਫੁੱਲਾਂ ਦਾ ਹਾਰ ਮੇਰੇ ਹੱਥਾਂ 'ਚ ਦੇ ਜਾਂਦੀ ਹੈ। ਉਹਦੇ ਹੋਠ ਜਿਵੇਂ ਕੁਝ ਕਹਿਣ ਲਈ ਫਰਕਦੇ ਹੋਣ, ਪਰ ਉਹ ਕਹਿਣਾ ਨਹੀਂ ਚਾਹੁੰਦੀ। ਬਸ ਉਹ ਚੁੱਪਚਾਪ ਹਾਰ ਦੇ ਦਿੰਦੀ ਹੈ। ਉਹਦਾ ਮੈਨੂੰ ਸ਼ਿੰਗਾਰਨਾ ਪਿਆਰਾ ਲੱਗਦਾ ਹੈ। ਅਸੀਂ ਇੱਕ ਦੂਸਰੇ ਨੂੰ ਹਿੱਕ ਨਾਲ ਲਾਉਂਦੀਆਂ। ਜਦੋਂ ਤੁਹਾਡੇ ਮਾਤਾ ਜੀ ਘਰ ਨਹੀਂ ਹੁੰਦੇ, ਅਸੀਂ ਇੱਕ ਦੂਸਰੇ ਨੂੰ ਚੁੰਮਦੀਆਂ ਵੀ ਹਾਂ। ਸਾਡੇ ਹੋਂਠ ਮਿਲਦੇ ਨੇ। ਇੱਕ ਮੁਸਲਮਾਨ ਦਾ ਮੂੰਹ ਇੱਕ ਹਿੰਦੂ ਦੇ ਮੂੰਹ ਨਾਲ ਜੁੜਦਾ ਹੈ। ਉਹ ਕਿੰਨੀ ਮਿੱਠੀ, ਸਾਊ ਤੇ ਪਿਆਰੀ ਹੈ। ਉਹ ਮੇਰੇ ਨਾਲੋਂ ਚੰਗੀ ਹੈ। ਉਹ ਪ੍ਰਤੀ ਦਿਨ ਹੋਰ ਸੋਹਣੀ ਤੇ ਸਾਊ ਹੁੰਦੀ ਹੈ। ਮਾਣਿਕ ਲਾਲ ਹੱਸਦਾ ਹੋਇਆ ਕਹਿਣ ਲੱਗਾ, ਰਾਖੀ, ਸੋ ਤੂੰ ਕੁੜੀਆਂ ਨੂੰ ਇਸ਼ਕ ਕਰਦੀ ਹੈ। ਤੂੰ ਉਸ ਦਿਨ ਕਹਿ ਰਹੀ ਸੀ ਨਾ ਕਿ ਆਦਮੀਆਂ ਨਾਲੋਂ ਔਰਤਾਂ ਇੱਕ ਦੂਜੀ ਦੇ ਵਧੇਰੇ ਨੇੜੇ ਹੁੰਦੀਆਂ ਨੇ, ਪਰ ਮੈਨੂੰ ਤੇ ਲੱਗਦਾ ਹੈ ਕਿ ਮੇਰੇ ਗਲੇ 'ਚ ਬਾਹਾਂ ਦਾ ਹਾਰ ਹੈ। ਇਸ ਤਰ੍ਹਾਂ ਜਾਪਦਾ ਜਿਵੇਂ ਉਹਨੇ ਮੈਨੂੰ ਜੱਫੀ ਪਾਈ ਹੋਵੇ। ਛੇਤੀ ਨਾਲ ਜੱਫੀ ਪਾਉਂਦੇ ਹੋਏ, ਇਹ ਸੱਚ ਹੈ। ਲਓ, ਮੇਰੀਆਂ ਬਾਹਾਂ ਦਾ ਹਾਰ ਤੁਹਾਡੇ ਗਲ 'ਚ ਕਿ ਇਹ ਤੁਹਾਡੇ ਲਈ ਸਵਰਗ ਨਹੀਂ। ਸਮਝ ਲਓ ਮੇਰੇ ਰਾਹੀਂ ਫਾਤਿਮਾ ਹੀ ਤੁਹਾਨੂੰ ਜੱਫੀ ਪਾ ਰਹੀ ਹੈ। ਮਾਣਕ ਲਾਲ ਨੇ ਕਿਹਾ, ਉਹਨੂੰ ਆਪਣੀ ਛਾਤੀ ਨਾਲ ਘੁੱਟਦੇ ਹੋਏ, ਤੂੰ ਮੇਰੀ ਜ਼ਿੰਦਗੀ ਹੈ, ਮੇਰੀ ਆਸ, ਮੇਰਾ ਮਾਣ, ਮੇਰੀ ਖੁਸ਼ੀ, ਮੇਰੀ ਰੂਹ ਦੀ ਖੁਰਾਕ। ਕੀ ਤੁਸੀਂ ਕਦੇ ਫਾਤਿਮਾ ਨੂੰ ਪਿਆਰ ਕੀਤਾ? ਮੈਨੂੰ ਉਹਦੀਆਂ ਫੁੱਲਾਂ ਦੀਆਂ ਡੋਡੀਆਂ ਵਰਗੀਆਂ ਅੱਖਾਂ ਵਿੱਚੋਂ ਤੁਹਾਡੇ ਪਿਆਰ ਦੀ ਮਹਿਕ ਆਉਂਦੀ ਹੈ। ਰਾਖੀ, ਮੈਂ ਤੈਨੂੰ ਪਿਆਰ ਕਰਦਾ ਤੇ ਫਾਤਿਮਾ ਨੂੰ ਵੀ, ਕਿਉਂਕਿ ਤੇਰੇ ਵਰਗੀ ਹੈ ਤੇ ਤੈਨੂੰ ਪਿਆਰ ਕਰਦੀ ਹੈ। ਪਰ ਉਹ ਤੁਹਾਨੂੰ ਪਿਆਰ ਕਰਦੀ ਹੈ, ਮੈਨੂੰ ਪਤਾ ਹੈ। ਉਹ ਬਿਨਾਂ ਸ਼ੱਕ ਮੇਰੇ ਤੋਂ ਵੱਧ ਸੋਹਣੀ ਹੈ, ਪਰ ਦੁਨੀਆ 'ਚ ਤਾਂ ਹੋਰ ਵੀ ਚੜ੍ਹਦੇ ਤੋਂ ਚੜ੍ਹਦੀਆਂ ਪਈਆਂ ਨੇ। ਇਸੇ ਲਈ ਤਾਂ ਮੈਂ ਕਹਿੰਦੀ ਹਾਂ ਕਿ ਆਦਮੀ ਨੂੰ ਕਦੀ ਸਬਰ ਨਹੀਂ ਆਉਂਦਾ। ਤੁਸੀਂ ਵੀ ਇੱਕ ਤੋਂ ਵੱਧ ਨਾਲ ਪਿਆਰ ਕਰ ਸਕਦੇ ਹੋ। ਮਨ ਭਟਕਦਾ ਰਹਿੰਦਾ ਹੈ। ਪਿਆਰ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਫੁੱਲ ਦਾ ਰਸ ਚੂਸਦਾ ਰਹਿੰਦਾ ਹੈ। ਮਾਣਿਕ ਲਾਲ ਨੇ ਕਿਹਾ, ਰਾਖੀ, ਮਨੁੱਖੀ ਹਵਸਾਂ ਦਾ ਸੁਭਾਅ ਠੀਕ ਇਹੀ ਹੈ, ਪਰ ਆਦਮੀ ਇੱਕ ਪੌਦੇ ਦੀ ਤਰ੍ਹਾਂ ਤੇ ਉਹਦਾ ਪਿਆਰ ਇੱਕ ਰੇਸ਼ੇਦਾਰ ਵਸਤੂ ਦੀ ਤਰ੍ਹਾਂ। ਇਹ ਰੇਸ਼ੇ ਮਨੁੱਖੀ ਰੂਹ ਤੇ ਮਾਸ ਦੇ ਹਰ ਕਣ ਤੱਕ ਪੁੱਜਦੇ ਹਨ। ਕਿਸੇ ਇੱਕ ਨਾਲ ਪਿਆਰ ਕਰਨਾ ਇੱਕ ਥਾਂ ਤੇ ਜੜ੍ਹਾਂ ਪੱਕੀਆਂ ਕਰਨ ਦੀ ਤਰ੍ਹਾਂ ਹੈ। ਕਿਸੇ ਆਦਮੀ ਨੂੰ ਉੱਥੋਂ ਉਖਾੜਨਾ ਉਹਦੀ ਮੌਤ ਹੋਏਗੀ। ਇਸ ਤਰ੍ਹਾਂ ਹੀ ਔਰਤ ਹੈ, ਪਰ ਹਵਾ ਦੇ ਚੱਲਣ ਨਾਲ ਬਹੁਤ ਸਾਰਿਆਂ ਦੇ ਪਿਆਰ ਦੀ ਮਹਿਕ ਕੋਲ ਮਿਲ ਜਾਂਦੀ ਹੈ। ਪਰ ਫਾਤਿਮਾ ਤੁਹਾਨੂੰ ਪਿਆਰ ਕਰਦੀ ਹੈ, ਪਰ ਮੈਂ ਤੈਨੂੰ ਪਿਆਰ ਕਰਦਾ। ਕੀ ਤੂੰ ਮੈਨੂੰ ਫਾਤਿਮਾ ਦੇ ਹਵਾਲੇ ਕਰ ਦੇਂਗੀ? ਕਿਉਂ? ਫਾਤਿਮਾ, ਮੈਂ ਪਿਛਲੀ ਰਾਤ ਤੇਰਾ ਹਾਰ ਲਾਲ ਨੂੰ ਦੇ ਦਿੱਤਾ ਸੀ। ਫਾਤਿਮਾ ਕਹਿਣ ਲੱਗੀ, ਸ਼ਰਮਾ ਕੇ,
ਇਹ ਤਾਂ ਤੇਰਾ ਹਾਰ ਸੀ, ਮੈਨੂੰ ਖੁਸ਼ੀ ਹੈ ਕਿ ਤੂੰ ਉਹਨੂੰ ਦੇ ਦਿੱਤਾ। ਰਾਖੀ ਪੁੱਛਣ ਲੱਗੀ, ਫਾਤਮਾ ਤੂੰ ਉਹਨੂੰ ਪਿਆਰ ਕਰਦੀ ਹੈ? ਮੈਂ ਤੈਨੂੰ ਪਿਆਰ ਕਰਦੀ ਹਾਂ, ਮੇਰੇ ਲਈ ਇਹੀ ਕਾਫੀ ਹੈ। ਪਰ ਮੈਂ ਤੈਨੂੰ ਇੰਨਾ ਪਿਆਰ ਕਰਦੀ ਹਾਂ ਕਿ ਮੈਂ ਤੈਨੂੰ ਆਪਣਾ ਪਤੀ ਬੜੀ ਖੁਸ਼ੀ ਨਾਲ ਦੇ ਸਕਦੀ ਹਾਂ। ਫਾਤਮਾ ਕਹਿਣ ਲੱਗੀ, ਤੈਨੂੰ ਗਲਤਫਹਿਮੀ ਹੈ। ਮੈਂ ਫੁੱਲਾਂ ਤੋਂ ਮੰਗਣਾ ਸਿੱਖਿਆ, ਲਿਸ਼ਕਣਾ, ਕੰਡਿਆਂ 'ਚ ਰਹਿ ਕੇ ਪਿਆਰ ਦੀ ਮਹਿਕ ਲੁਟਾਣਾ। ਮੈਂ ਤੇਰੇ ਪਤੀ ਨੂੰ ਪਿਆਰ ਨਹੀਂ ਕਰਦੀ, ਮੈਂ ਆਪਣੇ ਜੀਵਨ ਦੇ ਮੌਲ ਦੇ ਦਰਦ ਨੂੰ ਪਿਆਰ ਕਰਦੀ ਹਾਂ। ਮੈਂ ਸਿਰਫ ਇਹੀ ਮੰਗਦੀ ਹਾਂ ਕਿ ਮੈਂ ਜਦੋਂ ਵੀ ਫੁੱਲ ਲਿਆਉਣੇ ਚਾਹਾਂ ਤੇਰੇ ਕੋਲ ਆ ਸਕਾਂ। ਜਿੱਥੇ ਵੀ ਮੈਨੂੰ ਤੇਰੇ ਕੋਲ ਆਉਣ ਦਾ ਮੌਕਾ ਮਿਲੇ, ਤੈਨੂੰ ਫੁੱਲ ਦੇਣ ਨਾਲ ਮੇਰੇ ਦਿਲ 'ਚ ਮੇਰੀ ਜ਼ਿੰਦਗੀ ਦਾ ਦਰਦ ਇੱਕ ਲਾਲ ਫੁੱਲ ਬਣ ਕੇ ਮੌਲਦਾ ਹੈ। ਮੈਂ ਇਹਨੂੰ ਪਿਆਰ ਕਰਦੀ ਹਾਂ। ਜਦੋਂ ਇਹ ਮੁਰਝਾਉਂਦਾ ਹੈ, ਮੈਂ ਤੇਰੇ ਕੋਲ ਆਉਂਦੀ ਹਾਂ, ਤੈਨੂੰ ਛੂਹ ਕੇ ਫਿਰ ਆਪਣੇ ਰੂਪ 'ਚ ਆ ਜਾਂਦਾ ਹੈ। ਇਹ ਤੇਰੇ ਪਤੀ ਲਈ ਗੁੱਝਾ ਪਿਆਰ ਵੀ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਮੈਂ ਤੈਨੂੰ ਛੂਹਣ ਨਾਲ ਉਹਨੂੰ ਹੀ ਛੂਹਨੀ ਹਾਂ। ਮੈਂ ਪ੍ਰੇਮੀ ਪ੍ਰੇਮਿਕਾ ਦੇ ਨਿੱਤ ਦੇ ਝੰਬੇਲਿਆਂ ਨਾਲੋਂ ਆਪਣੇ ਜੀਵਨ ਦੇ ਫੁੱਲ ਨੂੰ ਹੀ ਨਿਹਾਰਦੀ ਹਾਂ। ਫਾਤਮਾ ਦੇ ਵਿਆਹ ਦਾ ਦਿਨ ਆ ਪੁੱਜਾ। ਰਾਖੀ ਮਾਣਕ ਲਾਲ ਉਹਦੀ ਮਾਤਾ ਪਿਤਾ ਨੂੰ ਸੱਦਾ ਆਇਆ। ਇੱਕ ਸਾਦੀ ਜਿਹੀ ਰਸਮ ਸੀ ਜੋ ਅੱਧੇ ਘੰਟੇ 'ਚ ਪੂਰੀ ਹੋ ਗਈ। ਇਸ ਖੁਸ਼ੀ 'ਚ ਮਾਲੀ ਨੇ ਖਾਣ ਪੀਣ ਦਾ ਖਾਸਾ ਲੰਮਾ ਚੌੜਾ ਪ੍ਰਬੰਧ ਕੀਤਾ ਸੀ। ਉਹਦੇ ਧਰਮ ਦੇ ਤੇ ਖਾਸ ਤੌਰ ਤੇ ਉਹਦੀ ਜਾਤ ਦੇ ਮਾਲੀਆਂ ਤੇ ਉਹਨਾਂ ਦੀਆਂ ਪਤਨੀਆਂ ਨੇ ਰੌਣਕ ਲਾ ਦਿੱਤੀ। ਕੈਲਾਸ਼ ਰਾਮ ਦੇ ਘਰ ਕੱਚੀ ਰਸਦ ਭੇਜੀ ਗਈ। ਉਹ ਇਸ ਜਾਤ ਨਾਲ ਨਹੀਂ ਸਨ ਖਾਂਦੇ ਪੀਂਦੇ। ਰਾਖੀ ਵਿਆਹਲੀ ਦੇ ਕਮਰੇ 'ਚ ਜਾ ਕੇ ਫਾਤਮਾ ਨੂੰ ਮਿਲੀ। ਉਹਦੇ ਹੱਥ ਮਹਿੰਦੀ ਨਾਲ ਰੰਗੇ ਸਨ। ਉਹਦੇ ਵਿਆਹ ਦਾ ਜੋੜਾ ਪਾਇਆ ਸੀ। ਉਹਦਾ ਰੂਪ ਹੋਰ ਵੀ ਨਿਖਰ ਆਇਆ ਸੀ। ਦੁਲਹਨ ਨੂੰ ਅਸੀਸ ਦੇਣ ਤਾਂ ਦੇਵਤੇ ਵੀ ਆਉਂਦੇ ਨੇ। ਫਾਤਮਾ ਨੇ ਆਪਣੀਆਂ ਗਲਵੱਕੜੀਆਂ ਨਾਲ ਜਿਵੇਂ ਰਾਖੀ ਤੇ ਜਾਦੂ ਹੀ ਕਰ ਦਿੱਤਾ। ਉਹ ਇੱਕ ਦੂਜੀ ਦੀ ਜੱਫੀ 'ਚ ਜਿਵੇਂ ਇੱਕ ਪਲ ਲਈ ਲਰਜ਼ ਗਈਆਂ। ਕਿਸੇ ਮੱਧਮ ਸੰਗੀਤ ਦੀਆਂ ਲਹਿਰਾਂ ਵਾਂਗ ਫਾਤਮਾ ਦੇ ਮਹਿੰਦੀ ਰੱਤੇ ਮਨੋਵੇਗ ਨੇ ਰਾਖੀ ਦੇ ਪਿਆਰੇ ਗੁੱਦੇ ਸਰੀਰ ਨੂੰ ਚੁੰਮਿਆ। ਰਾਖੀ ਦੀ ਨਾਜ਼ੁਕ ਜਿਹੀ ਕੁਸਰ ਮੁਸਰ ਨਾਲ ਗਲਵੱਕੜੀ ਟੁੱਟੀ। ਫਾਤਮਾ ਤੂੰ ਵਿਆਹ ਕਰਵਾ ਕੇ ਖੁਸ਼ ਹੈ? ਰਾਖੀ ਉਸ ਹੌਲੀ ਜੀ ਕਿਹਾ, ਸਾਰੀ ਜ਼ਿੰਦਗੀ ਤੇਰੇ ਲਈ ਫੁੱਲ ਉਗਾਉਣੇ ਹੀ ਮੇਰੀ ਖੁਸ਼ੀ ਹੈ। ਮੈਂ ਇੱਥੇ ਆ ਜਾਂ ਉੱਥੇ ਕੋਈ ਫਰਕ ਨਹੀਂ ਪੈਂਦਾ। ਸਾਡੇ ਪਤੀ ਤੁਹਾਡੇ ਪਤੀਆਂ ਵਰਗੇ ਨਹੀਂ ਹੁੰਦੇ। ਅਸੀਂ ਉਹ ਜੱਡ ਲੋਕ ਹਾਂ। ਅਸੀਂ ਉਹਨਾਂ ਨੂੰ ਗਲਵੱਕੜੀਆਂ ਨਾਲ, ਭਾਵਨਾਵਾਂ ਨਾਲ ਜਾਂ ਨਾਜ਼ ਨਖਰਿਆਂ ਨਾਲ ਖੁਸ਼ ਨਹੀਂ ਕਰ ਸਕਦੀਆਂ। ਉਹਨਾਂ ਨੂੰ ਖੁਸ਼ ਕਰਨ ਲਈ ਧਰਤੀ 'ਚ ਸਬਜ਼ੀਆਂ ਉਗਾਉਣੀਆਂ ਪੈਂਦੀਆਂ ਨੇ, ਫੁੱਲ ਉਗਾਉਣੇ ਪੈਂਦੇ ਨੇ, ਉਹਨਾਂ ਨੂੰ ਸਿਹਤਵਰ ਬੱਚੇ ਦੇਣੇ ਪੈਂਦੇ ਨੇ। ਸਾਡੇ ਪਤੀ ਬੜੇ ਸਾਦੇ ਹੁੰਦੇ ਨੇ, ਝੱਲੇ ਜਿਹੇ। ਉਹ ਬਸ ਇਹ ਜਾਣਦੇ ਨੇ ਕਿ ਉਹਨਾਂ ਦੀਆਂ ਪਤਨੀਆਂ ਚੰਗੀਆਂ ਤਕੜੀਆਂ ਨੇ। ਅਸੀਂ ਉਹ ਕੁਝ ਨਹੀਂ ਜੋ ਤੁਸੀਂ ਹੋ। ਤੁਸੀਂ ਤਾਂ ਪਰਮਾਤਮਾ ਦਾ ਅਜਿਹਾ ਕ੍ਰਿਸ਼ਮਾ ਹੋ ਕਿ ਤੁਹਾਨੂੰ ਸਜਾਉਣ ਸਵਾਰਨ ਨਾਲ ਮੈਨੂੰ ਤੁਹਾਡੇ 'ਚੋਂ ਰੱਬ ਦਿਸਦਾ ਹੈ। ਤੇਰੇ ਕੰਨਾਂ 'ਚ ਮੇਰੇ ਫੁੱਲਾਂ ਦੇ ਝੁਮਕੇ ਹੋਣ ਦਾ ਮੈਨੂੰ ਹਰ ਰੋਜ਼ ਨਵੇਂ ਆਕਾਸ਼ ਦਿਸਦੇ ਨੇ। ਸਾਡੇ ਜੀਵਨ ਅਜਿਹੇ ਨਹੀਂ। ਮਿਹਨਤ ਮਜ਼ਦੂਰੀ ਚੰਗੀ ਹੈ, ਸਰੀਰਕ ਤੌਰ ਤੇ ਪੁਸ਼ਟ ਹੋਣਾ ਵੀ ਵਾਰ ਹੈ, ਪਰ ਮੈਂ ਤੈਨੂੰ ਦੱਸਾਂ, ਅਸੀਂ ਬੁੱਧੀ ਤੋਂ ਸੱਖਣੇ ਰੱਬ ਨੂੰ ਨਹੀਂ ਪਾ ਸਕਦੇ। ਸਾਡੀਆਂ ਭਾਵਨਾਵਾਂ ਸਿੱਧੀਆਂ ਨਹੀਂ ਹੁੰਦੀਆਂ। ਅਸੀਂ ਆਪ ਵੀ ਦਿਵਤਾ ਤੋਂ ਅਣਜਾਣ ਹੁੰਦੇ ਹਾਂ। ਅਸੀਂ ਉਸ ਸੁੰਦਰਤਾ ਨੂੰ ਨਹੀਂ ਮਾਣ ਸਕਦੇ ਜਿਹਨੂੰ ਅਸੀਂ ਜਨਮ ਦਿੰਦੇ ਹਾਂ। ਸੋ ਮਾਲੀਆਂ ਦੀਆਂ ਕੁੜੀਆਂ ਨੂੰ ਵਿਆਹ ਦਾ ਕੋਈ ਖਾਸ ਚਾਅ ਨਹੀਂ ਹੁੰਦਾ। ਕੁਝ ਦਿਨਾਂ ਲਈ ਮਹਿੰਦੀ ਰੰਗੇ ਪੈਰਾਂ ਤੇ ਚੰਗੇ ਕੱਪੜੇ, ਬਸ ਫਿਰ ਉਹੀ ਕੰਮ ਤੇ ਮਿੱਟੀ 'ਚ ਮਿੱਟੀ ਹੋਣਾ। ਅਸੀਂ ਆਪਣੇ ਆਦਮੀਆਂ ਨੂੰ ਪਿਆਰ ਕਰਦੀਆਂ ਕਿਉਂਕਿ ਉਹ ਸਾਨੂੰ ਸੁਰੱਖਿਆ ਦਿੰਦੇ ਨੇ। ਉਹ ਸਾਨੂੰ ਪਿਆਰਦੇ ਨੇ ਕਿਉਂਕਿ ਅਸੀਂ ਉਹਨਾਂ ਦੀ ਸੇਵਾ ਕਰਦੀਆਂ। ਉਹ ਫੁੱਲ ਉਗਾਉਂਦੇ ਨੇ, ਅਸੀਂ ਉਹਨਾਂ ਲਈ ਫੁੱਲਾਂ ਵਰਗੇ ਬੱਚੇ ਜਣਦੀਆਂ। ਉਹ ਇਕੱਲੀਆਂ ਹੀ ਗੱਲਾਂ ਕਰ ਰਹੀਆਂ ਸਨ। ਫਾਤਮਾ ਨਾਤੀ ਧੋਤੀ ਤੇ ਸਾਫ਼ ਸੁਥਰੇ ਸੂਟ 'ਚ ਇੰਨੀ ਸੋਹਣੀ ਲੱਗਦੀ ਸੀ ਕਿ ਰਾਖੀ ਕੁਝ ਭਾਵੁਕ ਹੋ ਗਈ। ਰਾਖੀ ਤੇ ਫਾਤਮਾ ਨੇ ਇੱਕ ਦੂਜੀ ਦੇ ਹੋਠਾਂ ਨੂੰ ਚੁੰਮਿਆ ਜਿਵੇਂ ਕਿ ਉਹ ਡੂੰਘੇ ਵੇਗ ਦੇ ਪਲਾਂ 'ਚ ਕਰਦੀਆਂ ਹੁੰਦੀਆਂ ਸਨ। ਮੁੜਨ ਤੋਂ ਪਹਿਲਾਂ ਇਹ ਇੱਕ ਅਲਵਿਦਾ ਸੀ। ਧੰਨਵਾਦ।